ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਸਾਵਲ ਛੰਦ। ਧਨੁਰਬਾਨ ਧਾਰੇ ਛਕੇ ਸ਼ੈਲ ਭਾਰੇ ਲਏ ਖੱਗ ਐਸੇ ਮਹਾਬੀਰ ਜੈਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਜਬਰ ਛਤਰ ਤਖਤ ਕੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਣਾ ਕਬਲਾਂ ਪਾਸ ਜੁੜ ਬੈਠੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਸਮੂਹ ਗੁਰਸਿੱਖ ਸੰਗਤਾਂ ਸਾਹਿਬੇ ਕਮਾਲ ਸਰਬੰਸ ਦਾਨੀ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਆਗਾਮੀ ਗੁਰਬਾਣੀ ਸ੍ਰੀ ਬਚਿੱਤਰ ਨਾਟਕ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪਿਆਰ ਅਦਬ ਸਹਿਤ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਸਾਵਲ ਛੰਦ। ਧਨੁਰਬਾਨ ਧਾਰੇ ਛਕੇ ਸ਼ੈਲ ਭਾਰੇ। ਮਹਾਰਾਜ ਕਲਗੀਧਰ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵੀਰ ਰਸੀ ਸਰੂਪ ਬਿਆਨ ਕਰਦੇ ਨੇ। ਉਸ ਅਕਾਲ ਪੁਰਖ ਨਿਰੰਕਾਰ ਨੇ ਆਪਣੇ ਹੱਥ ਦੇ ਵਿੱਚ ਧਨੁਸ਼ ਤੇ ਬਾਣ ਧਾਰਨ ਕੀਤੇ ਨੇ। ਇਦਾਂ ਸ਼ੋਭ ਰਹੇ ਨੇ ਕਿ ਜਿਵੇਂ ਕੋਈ ਨੌਜਵਾਨ ਛੈਲ ਛਬੀਲਾ ਸ਼ਸਤਰਧਾਰੀ ਯੋਧਾ ਸ਼ੋਭਾ ਪਾਉਂਦਾ ਹੈ। ਲਏ ਖੱਗ ਐਸੇ ਮਹਾਬੀਰ ਜੈਸੇ। ਹੱਥ ਦੇ ਵਿੱਚ ਖੱਗ ਤਲਵਾਰ ਲੈ ਕੇ ਮੈਦਾਨੇ ਜੰਗ ਵਿੱਚ ਇਦਾਂ ਖਲੋਤੇ ਨੇ ਜਿਵੇਂ ਕੋਈ ਮਹਾਂਵੀਰ ਯੋਧਾ ਸੂਰਮਾ ਦਲ ਭੰਜਨ ਗੁਰ ਸੂਰਮਾ ਵਡ ਯੋਧਾ ਵੋ ਪਰਉਪਕਾਰੀ। ਜਿਵੇਂ ਕੋਈ ਬਾਹਬਲੀ ਯੋਧਾ ਮੈਦਾਨੇ ਜੰਗ ਵਿੱਚ ਆ ਕੇ ਖਲੋਂਦਾ ਹੈ। ਜੁਰੇ ਜਗ ਜੋਰੰ ਕਰੇ ਜੁੱਧ ਘੋਰੰ। ਇਸ ਤਰ੍ਹਾਂ ਮਹਾਂਕਾਲ ਜੀ ਭਿਅੰਕਰ ਜੰਗ ਵਿੱਚ ਜੁੜ ਗਏ ਤੇ ਬੜਾ ਭਿਅੰਕਰ ਜ਼ੋਰ ਨਾਲ ਜੰਗ ਕਰਦੇ ਹਨ। ਕਿਰਪਾ ਨਿਧ ਦਿਆਲੰ ਸਦਾਇੰ ਕਿਰਪਾਲੰ। ਜੇ ਜੰਗ ਕਰ ਰਹੇ ਨੇ ਵੀਰ ਰਸੀ ਰੂਪ ਹੈ, ਫਿਰ ਕਿਰਪਾ ਦੇ ਖਜ਼ਾਨੇ ਵੀ ਨੇ, ਸਦਾ ਦਿਆਲੂ ਕਿਰਪਾਲੂ ਵੀ ਨੇ। ਇਹ ਇਕੱਲਾ ਜੰਗ ਨਹੀਂ ਕਰਦੇ, ਉਹ ਦਇਆ ਦੀ ਮੂਰਤ ਵੀ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਪੈਂਦੇ ਖਾਂ ਨੂੰ ਚੀਰਿਆ ਨਾ ਤੇ ਸਤਿਗੁਰ ਜੀ ਢਾਲ ਦੀ ਛਾਂ ਕਰਕੇ ਵੀ ਬਹਿ ਗਏ। ਫਿਰ ਬੜੀ ਦਇਆ ਆਈ, ਬੜੀ ਕਿਰਪਾ ਆਈ। ਪੈਂਦਿਆ ਕਲਮਾ ਪੜ੍ਹ ਲੈ, ਅੰਤਮ ਸਮਾਂ ਆ ਗਿਆ ਮਹਾਰਾਜ, ਹੁਣ ਕਲਮਾ ਪੜ੍ਹਨ ਦੀ ਲੋੜ ਨਹੀਂ। ਤੁਹਾਡੀ ਤੇਗ ਨੇ, ਤਲਵਾਰ ਨੇ ਮੇਰੀਆਂ ਕਲਮਾਂ ਪੜ੍ਹ ਦਿੱਤੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਇੱਕ ਪਾਸੇ ਤਲਵਾਰ ਵਾਹੁੰਦੇ ਤੇ ਪੈਂਦੇ ਨੂੰ ਚੀਰਦੇ ਵੀ ਨੇ ਤੇ ਦੂਜੇ ਪਾਸੇ ਦਇਆ ਦੇ ਵਿੱਚ ਆ ਕੇ ਢਾਲ ਦੀ ਛਾਂ ਵੀ ਕਰਦੇ ਨੇ। ਜਿੱਥੇ ਉਹ ਮਹਾਂਵੀਰ ਯੋਧੇ ਵਾਂਗੂ ਜੰਗ ਕਰਦੇ ਨੇ ਉਥੇ ਬੜੇ ਦਇਆਵਾਨ ਹਨ, ਬੜੇ ਕਿਰਪਾਲੂ ਹਨ। ਸਦਾ ਏਕ ਰੂਪੰ ਸਭੈ ਲੋਕ ਭੂਪੰ। ਸਦਾ ਇੱਕ ਰੂਪ ਵਾਲੇ ਨੇ, ਉਹ ਪ੍ਰਮਾਣਵਾਦੀ ਨਹੀਂ, ਕਦੇ ਬਦਲਦੇ ਨਹੀਂ। ਜੋ ਦਇਆਵਾਨ ਨੇ ਤੇ ਸਦਾ ਹੀ ਦਇਆਵਾਨ ਹਨ। ਜੋ ਜੋਤ ਪ੍ਰਕਾਸ਼ ਰੂਪ ਨੇ, ਸਦਾ ਪ੍ਰਕਾਸ਼ ਰੂਪੀ ਨੇ। ਤੇ ਪਾਤਸ਼ਾਹ ਕਹਿੰਦੇ ਸਾਰੇ ਸੰਸਾਰ ਦੇ ਅੰਦਰ ਲੋਕਾਂ ਦੇ ਰਾਜੇ ਹਨ। ਅਜੇਯੰ ਅਜਾਯੰ ਸਰਨਯੰ ਸਹਾਯੰ। ਅਜੇਯੰਗੋ ਨਾ ਜਿੱਤੇ ਜਾਣ ਵਾਲੇ, ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ। ਤੇ ਜਨਮ ਤੋਂ ਰਹਿਤ ਨੇ, ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆ ਜਾਏ ਉਹਦੀ ਸਹਾਇਤਾ ਕਰਦੇ ਹਨ। ਤਪੈ ਖੱਗ ਪਾਲੰ ਮਹਾਲੋਕ ਦਾਨ। ਹੱਥ ਦੇ ਵਿੱਚ ਪਕੜੀ ਹੋਈ ਤਲਵਾਰ ਉਹਨਾਂ ਦੀ ਤਪਦੀ ਹੈ, ਭਾਵ ਜੰਗ ਕਰਨ ਲਈ ਬੜੀ ਉਤਾਵਲੀ ਰਹਿੰਦੀ ਹੈ। ਇਸੇ ਤਰ੍ਹਾਂ ਉਹ ਸਾਰੇ ਲੋਕਾਂ ਨੂੰ ਦਾਨ ਬਖਸ਼ਿਸ਼ ਕਰਨ ਵਾਲੇ ਮਹਾਦਾਨੀ ਹਨ। ਭਵਿਖ
ਭਵਿਖਯੰ ਪਵੇਯੰ ਨਮੋ ਨਿਰਜੁਰੇਯੰ। ਸਤਿਗੁਰੂ ਕਹਿੰਦੇ ਭਵਿੱਖ ਦੇ ਵਿੱਚ ਵੀ ਉਹੀ ਵਰਤਦਾ ਹੈ, ਜੋ ਸਮਾਂ ਬਤੀਤ ਚੁੱਕਾ ਉਸੇ ਵਿੱਚ ਹੀ ਉਹ ਪਰਮੇਸ਼ਰ ਆਪ ਵਰਤਿਆ ਸੀ, ਹੁਣ ਵਰਤਮਾਨ ਵਿੱਚ ਵੀ ਉਹ ਆਪ ਹੀ ਵਰਤਦਾ। ਭਾਵ ਕਿ ਤਿੰਨੇ ਸਮਿਆਂ ਵਿੱਚ ਉਹ ਪਰਮੇਸ਼ਰ ਆਪ ਹੀ ਜੁੜਿਆ ਹੋਇਆ ਤੇ ਇਸੇ ਤਰ੍ਹਾਂ ਵਿਕਾਰਾਂ ਤੋਂ ਰਹਿਤ ਜੋ ਪਰਮੇਸ਼ਰ ਹੈ ਉਸ ਨਿਰੰਕਾਰ ਨੂੰ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੋਵੇ। ਮਦੋਮਾਨ ਮੁੰਡੰ ਸੁਭੰ ਰੋਂਡ ਝੁੰਡੰ। ਜਿੱਥੇ ਭਿਅੰਕਰ ਹੰਕਾਰ ਵਾਲੇ ਯੋਧਿਆਂ ਦੇ ਮੁੰਡ ਪਏ ਹੋਏ ਨੇ, ਵੱਡੇ ਵੱਡੇ ਝੁੰਡ ਲੱਗੇ ਹੋਏ ਨੇ, ਉਹਨਾਂ ਝੁੰਡਾਂ ਦੇ ਵਿੱਚ ਮਹਾਂਕਾਲ ਜੀ ਜੰਗ ਕਰਦੇ ਸ਼ੋਭਦੇ ਹਨ। ਸਿਰੰ ਸੇਤ ਸ਼ਤਰੰਗ ਲਸੰ ਹਾਥ ਅਤਰੰਗ। ਸੀਸ ਦੇ ਉੱਪਰ ਚਿੱਟੇ ਰੰਗ ਦਾ ਛਤਰ ਸ਼ੋਭਾ ਪਾ ਰਿਹਾ ਤੇ ਹੱਥ ਦੇ ਵਿੱਚ ਬਿਜਲੀ ਵਾਂਗੂ ਲਿਸ਼ਕਦੀ ਤਲਵਾਰ ਸ਼ੋਭਾ ਪਾ ਰਹੀ ਹੈ। ਸੁਣੇ ਨਾਦ ਭਾਰੀ ਤਰਸੇ ਛਤਰ ਧਾਰੀ। ਮੈਦਾਨੇ ਜੰਗ ਵਿੱਚ ਜਦੋਂ ਗੱਜਦੇ ਨੇ ਤੇ ਉਹਨਾਂ ਦਾ ਭਾਰੀ ਨਾਦ ਸੁਣ ਕੇ ਵੱਡੇ ਵੱਡੇ ਛਤਰ ਧਾਰੀ ਯੋਧੇ ਵੀ ਥਰ ਥਰ ਕੰਬ ਜਾਂਦੇ ਹਨ। ਦਿਸਾ ਬਸਤਰ ਰਾਜਨ ਸੋਨੇ ਦੋਖ ਭਾਜਨ। ਕਹਿੰਦੇ ਪਰਮੇਸ਼ਰ ਨੇ ਬਸਤਰ ਕਿਹੜੇ ਧਾਰਨ ਕੀਤੇ ਨੇ? ਆ ਜਿਹੜੀਆਂ ਚਾਰ ਦਿਸ਼ਾਵਾਂ ਨੇ ਨਾ, ਇਹ ਮੰਨ ਲਓ ਵੀ ਇਹੀ ਉਸ ਮਹਾਂਕਾਲ ਦੇ ਬਸਤਰ ਨੇ। ਇਸ ਤਰ੍ਹਾਂ ਉਹ ਇਹੋ ਜੀਆਂ ਦਿਸ਼ਾਵਾਂ ਰੂਪੀ ਬਸਤਰ ਦੇ ਨਾਲ ਸੁਸ਼ੋਭਿਤ ਹਨ। ਤੇ ਸਤਿਗੁਰੂ ਜੀ ਕਹਿੰਦੇ ਸੁਣੇ ਦੋਖ ਭਾਜਨ। ਉਹਨਾਂ ਦਾ ਨਾਮ ਸੁਣਨ ਦੇ ਨਾਲ ਮਨੁੱਖ ਦੇ ਸਾਰੇ ਦੁੱਖ ਭੱਜ ਜਾਂਦੇ, ਨਾਸ਼ ਹੋ ਜਾਂਦੇ ਹਨ। ਸੁਣੇ ਗੱਦ ਸੱਦੰ ਅਨੰਤੰ ਬੇਹੱਦੰ। ਮੈਦਾਨੇ ਜੰਗ ਵਿੱਚ ਜਦੋਂ ਗਦਾ ਨਾਮ ਦਾ ਸ਼ਸਤਰ ਚਲਾਉਂਦੇ ਉਹਦੇ ਵਿੱਚੋਂ ਬੜਾ ਨਾਦ ਪੈਦਾ ਹੁੰਦਾ ਹੈ। ਉਸ ਨਾਦ ਨੂੰ ਸੁਣ ਕੇ, ਕਿਹੜਾ ਨਾਦ? ਜਿਹੜਾ ਬੇਹੱਦ, ਹੱਦ ਤੋਂ ਰਹਿਤ ਨਾਦ ਪੈਦਾ ਹੁੰਦਾ ਹੈ, ਉਹ ਵੈਰੀਆਂ ਦੇ ਹਿਰਦੇ ਵਿੱਚ ਡਰ ਪੈਦਾ ਕਰ ਦਿੰਦਾ ਹੈ। ਕਟਾ ਜਾਣ ਸਿਆਮੰ ਦੁਤੰ ਅਬੇਰਾਮੰ। ਰੰਗ ਇਸ ਤਰ੍ਹਾਂ ਦਾ ਸ਼ੋਭਾ ਪਾ ਰਿਹਾ, ਮੁਖ ਇਦਾਂ ਚਮਕਦਾ ਹੈ ਜਿਵੇਂ ਆਕਾਸ਼ ਵਿੱਚ ਕਾਲੀਆਂ ਘਟਾਵਾਂ ਸ਼ੋਭਾ ਪਾਉਂਦੀਆਂ ਚਮਕਦੀਆਂ ਹਨ। ਚਤੁਰ ਬਾਹਾਂ ਚਾਰੰ ਕਰੀਟੰ ਸੁਧਾਰੰ। ਬੜੀਆਂ ਸੁੰਦਰ ਚਾਰ ਬਾਹਾਂ ਤੇ ਸੀਸ ਦੇ ਉੱਪਰ ਸੋਹਣਾ ਮੁਕਟ ਸ਼ੋਭਾ ਪਾਉਂਦਾ ਹੈ। ਗਦਾ ਸੰਖ ਚੱਕਰੰ ਤੇ ਪੈ ਕਰੂਰ ਬਕਰੰ। ਇਸੇ ਪ੍ਰਕਾਰ ਹੱਥ ਵਿੱਚ ਗਦਾ ਨਾਮ ਦਾ ਸ਼ਸਤਰ, ਫਿਰ ਸੰਖ, ਫਿਰ ਚੱਕਰ ਸ਼ੋਭਾ ਪਾ ਰਿਹਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦਿਪੈ ਕਰੂਰ ਬਕਰੰ, ਤੇ ਟੇਢੀਆਂ ਨਿਗਾਹਾਂ ਦੇ ਨਾਲ ਉਹ ਤੱਕਦੇ ਵੇਖਦੇ ਹਨ ਤੇ ਜਿਸ ਨੂੰ ਵੇਖ ਕੇ ਵੈਰੀ ਥਰ ਥਰ ਕੰਬਦੇ ਹਨ। ਨਰਾਜ ਛੰਦ ਅਨੂਪ ਰੂਪ ਰਾਜਿਅੰ ਨਿਹਾਰ ਕਾਮ ਲਾਜਿਅੰ। ਸਤਿਗੁਰੂ ਜੀ ਕਹਿੰਦੇ ਹਨ ਕਿ ਦਿਪੈ ਕਰੂਰ ਬਕਰੰ। ਇਸੇ ਪ੍ਰਕਾਰ ਜਿੱਥੇ ਉਹਨਾਂ ਦੇ ਨੇਤਰ ਟੇਢੇ ਤਿਰਛੇ ਜਿਨ੍ਹਾਂ ਨੂੰ ਵੇਖ ਕੇ ਵੈਰੀ ਕੰਬਦੇ ਨੇ, ਉਥੇ ਨਾਲ ਨਾਲ ਉਹਨਾਂ ਦੇ ਜਿਹੜੇ ਆ ਪਰਪੱਟੇ ਹਨ ਉਹ ਵੀ ਟੇਢੇ ਜਿਹੜੇ ਕਮਾਨ ਦੇ ਵਾਂਗੂ ਸ਼ੋਭਾ ਪਾ ਰਹੇ ਨੇ। ਅਨੂਪ ਰੂਪ ਰਾਜਿਅੰ, ਉਹਨਾਂ ਦਾ ਜਿਹੜਾ ਰੂਪ ਹੈ ਅਨੂਪ ਉਪਮਾ ਤੋਂ ਰਹਿਤ। ਅਨੂਪ ਦੇ ਦੋ ਅਰਥ ਨੇ, ਇੱਕ ਉਪਮਾ ਤੋਂ ਰਹਿਤ, ਇੱਕ ਅਨੂਪ ਸੁੰਦਰ ਨੂੰ ਕਹਿੰਦੇ ਨੇ। ਉਹਨਾਂ ਦਾ ਸੁੰਦਰ ਰੂਪ ਜਿਹੜਾ ਸੁਭਾਈਮਾਨ ਹੈ। ਨਿਹਾਰ ਕਾਮ ਲਾਜਿਅੰ, ਜਿਹਨੂੰ ਵੇਖ ਕੇ ਕਾਮ ਵੀ ਸ਼ਰਮਿੰਦਾ ਹੋ ਜਾਂਦਾ ਹੈ। ਅਲੋਕ ਲੋਕ ਸੋਭਿਅੰ ਬਿਲੋਕ ਲੋਕ ਲੋਭਿਅੰ। ਉਹਨਾਂ ਦੀ ਜਿਹੜੀ ਸ਼ੋਭਾ ਹੈ ਸਾਰੇ ਲੋਕਾਂ ਦੇ ਵਿੱਚ ਅਲੌਕਿਕ ਸ਼ੋਭਾ ਪਸਰ ਰਹੀ ਹੈ। ਸਤਿਗੁਰੂ ਕਹਿੰਦੇ ਬਿਲੋਕ ਲੋਕ ਲੋਭਿਅੰ, ਉਹਨਾਂ ਦੀ ਸ਼ੋਭਾ ਵੇਖ ਕੇ ਸਾਰੇ ਲੋਕ ਲੁਭਾਏਮਾਨ ਹੋ ਜਾਂਦੇ ਹਨ। ਚਮਕ ਚੰਦਰ ਸੀਸਿਅੰ ਰਹਿਓ ਲਜਾਏ ਈਸਿਅੰ। ਸੀਸ ਦੇ ਉੱਪਰ ਚੰਦਰਮਾ ਇਸ ਤਰ੍ਹਾਂ ਸ਼ੋਭਾ ਪਾਉਂਦਾ ਹੈ। ਮਹਾਰਾਜ ਕਹਿੰਦੇ ਜੈਸੇ ਆਕਾਸ਼ ਦੇ ਵਿੱਚ ਚੰਦਰਮਾ ਸ਼ੋਭਾ ਪਾਉਂਦਾ ਹੁੰਦਾ, ਜਿਹਨੂੰ ਵੇਖ ਕਰਕੇ ਈਸ਼ਵਰ ਜਿਹੜਾ ਹੈ ਉਹ ਵੀ ਸ਼ਰਮਿੰਦਾ ਹੋ ਜਾਂਦਾ ਹੈ। ਸੋ ਸੋਭ ਨਾਗ ਭੂਖਣੰ ਅਨੇਕ ਦੁਸ਼ਟ ਦੂਖਣੰ। ਫਿਰ ਗਲ ਦੇ ਵਿੱਚ ਨਾਗ ਦਾ ਗਹਿਣਾ ਵੀ ਉਸੇ ਨੇ ਧਾਰਨ ਕੀਤਾ ਹੈ। ਮਹਾਰਾਜ ਕਹਿੰਦੇ ਗਲ ਵਿੱਚ ਭਿਅੰਕਰ ਨਾਗ ਉਸਨੇ ਧਾਰਨ ਕੀਤੇ ਹੋਏ ਨੇ, ਜਿਹੜੇ ਦੁਸ਼ਟਾਂ ਨੂੰ ਦੁੱਖ ਦਿੰਦੇ ਹਨ, ਜਿਹਨੂੰ ਵੇਖ ਕੇ ਵੈਰੀ ਦੁਖੀ ਹੁੰਦੇ ਹਨ। ਕਿਰਪਾਨ ਪਾਣ ਧਾਰੀਅੰ ਕਰੋਰ ਪਾਪ ਟਾਰੀਅੰ। ਹੱਥਾਂ ਦੇ ਵਿੱਚ ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੈ। ਕਿਰਪਾਨ ਪਾਣ ਧਾਰੀਅੰ, ਪਾਣ ਨਾਮ ਹੁੰਦਾ ਹੱਥ ਦਾ, ਹੱਥ ਵਿੱਚ ਤਲਵਾਰ ਧਾਰਨ ਕੀਤੀ ਹੋਈ ਹੈ। ਕਰੋੜ ਪਾਪ ਟਾਰੀਅੰ, ਕਿਹਨਾਂ ਨੇ ਕਿਰਪਾਨ ਧਾਰੀ ਹੈ? ਜਿਨ੍ਹਾਂ ਦਾ ਨਾਮ ਕਰੋੜਾਂ ਪਾਪ ਨਸ਼ਟ ਕਰ ਦਿੰਦਾ ਹੈ।
ਉਹ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੇ ਹੱਥ ਵਿੱਚ ਸ਼ਸਤਰ ਧਾਰੇ ਹਨ। ਗਦਾ ਗ੍ਰਿਸ਼ਟ ਪਾਣਿਅੰ ਕਮਾਨ ਬਾਣ ਤਾਣਿਅੰ। ਸਤਿਗੁਰੂ ਕਹਿੰਦੇ ਇੱਕ ਪਾਸੇ ਗਦਾ ਗ੍ਰਿਸ਼ਟ ਬੜਾ ਕਠੋਰ ਭਾਰੀ ਸ਼ਸਤਰ ਧਾਰਨ ਕੀਤਾ ਹੋਇਆ ਹੈ ਤੇ ਨਾਲ ਉਹਨਾਂ ਨੇ ਆਪਣੇ ਕਮਾਨ ਦੇ ਵਿੱਚ ਬਾਣ ਤੀਰ ਜਿਹੜਾ ਹੈ ਉਹ ਜੋੜ ਕੇ ਉਹਨੂੰ ਤਾਣਿਆ ਹੋਇਆ ਹੈ। ਸ਼ਬਦ ਸੰਖ ਬੱਜਿਅੰ ਕਣੰਕ ਘੁੰਗਰ ਗੱਜਿਅੰ। ਬੜੀ ਭਿਅੰਕਰ ਆਵਾਜ਼ ਵਿੱਚ ਸੰਖ ਵੱਜਦਾ ਹੈ। ਸਾਧ ਸੰਗਤ ਜੀ ਇਸ ਤਰ੍ਹਾਂ ਵੱਜਦਾ ਜਿਵੇਂ ਆਕਾਸ਼ ਦੇ ਵਿੱਚ ਬਿਜਲੀ ਗਰਜਦੀ ਹੈ। ਸਰਨ ਨਾਥ ਦੋਰੀਅੰ ਉਬਾਰ ਲਾਜ ਮੋਰੀਅੰ। ਹੇ ਮਾਲਕ ਜੀ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਤੇ ਕਿਰਪਾ ਕਰੋ ਸ਼ਰਨ ਆਏ ਦੀ ਲਾਜ ਰੱਖੋ, ਮੈਨੂੰ ਬਚਾਓ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦਾ ਲਿਹੋ ਉਬਾਰੀ। ਹੇ ਖੜਗ ਕੇਤ ਵਾਹਿਗੁਰੂ ਮੈਂ ਤੁਹਾਡੀ ਸ਼ਰਨ ਆਇਆ ਤੇ ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਆਪ ਮੈਨੂੰ ਬਚਾ ਲਵੋ। ਅਨੇਕ ਰੂਪ ਸੋਹੀਅੰ ਵਿਸੇਖ ਦੇਵ ਮੋਹੀਅੰ। ਆਪ ਜੀ ਦੇ ਅਨੇਕਾਂ ਰੂਪ ਜਗਤ ਵਿੱਚ ਸੁਸ਼ੋਭਿਤ ਹਨ। ਭਾਵੇਂ ਸਾਰੇ ਰੂਪ ਜੋ ਜਗਤ ਵਿੱਚ ਨਜ਼ਰ ਆ ਰਹੇ ਨੇ ਇਹ ਤੁਹਾਡੇ ਹੀ ਰੂਪ ਨੇ, ਜਿਹਨੂੰ ਵੇਖ ਕੇ ਦੇਵਤੇ ਵੀ ਮੋਹਿਤ ਹੋ ਜਾਂਦੇ ਹਨ। ਅਦੇਵ ਦੇਵ ਦੇਵਲੰ ਕਿਰਪਾ ਨਿਦਾਨ ਕੇਵਲੰ। ਚਾਹੇ ਦੈਂਤ ਨੇ ਚਾਹੇ ਦੇਵਤੇ ਨੇ, ਉਹਨਾਂ ਲਈ ਤੁਸੀਂ ਪੂਜਾ ਦਾ ਧਾਮ ਹੋ। ਦੇਵਲੰਗ ਦੇਵਲ ਜਿਹੜਾ ਮੰਦਰ ਹੁੰਦਾ ਹੈ, ਪੂਜਾ ਦਾ ਘਰ ਹੁੰਦਾ, ਉਸ ਨੂੰ ਕਹਿੰਦੇ ਨੇ। ਦੇਵਤੇ ਨੇ ਚਾਹੇ ਦੈਂਤ ਨੇ, ਤੁਸੀਂ ਉਹਨਾਂ ਲਈ ਪੂਜਾ ਦਾ ਘਰ ਹੋ। ਦੇਵਤੇ ਵੀ ਤੁਹਾਨੂੰ ਪੂਜਦੇ ਨੇ ਤੇ ਦੈਂਤ ਵੀ ਜਿਹੜੇ ਨੇ ਉਹ ਆਪ ਜੀ ਦੀ ਹੀ ਪੂਜਾ ਕਰਦੇ ਹਨ। ਕਿਰਪਾ ਨਿਧਾਨ ਕੇਵਲੰ, ਤੁਸੀਂ ਨਿਰੋਲ ਕਿਰਪਾ ਦੇ ਖਜ਼ਾਨੇ ਹੋ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇਸੇ ਕਰਕੇ ਲਿਖਦੇ ਨੇ, ਸ੍ਰੀ ਗੁਰ ਦਿਆਲ ਕੀ ਦਇਆ ਨ ਆਨ ਦੇਵ ਮੈਂ, ਜੋ ਖੰਡ ਬ੍ਰਹਮੰਡ ਉਹਦਾ ਅਸਤਲ ਹੋਤਾਈ ਹੈ। ਜਿਹੋ ਜੀ ਦਇਆ ਸਤਿਗੁਰੂ ਸਾਹਿਬ ਅਕਾਲ ਪੁਰਖ ਦੇ ਅੰਦਰ ਹੈ, ਇਹੋ ਜੀ ਦਇਆ ਕਿਸੇ ਵਿੱਚ ਨਹੀਂ। ਕਹਿੰਦੇ ਜਿੱਧਰੋਂ ਸੂਰਜ ਚੜ੍ਹਦਾ ਜਿੱਧਰ ਡੁੱਬਦਾ ਨਾ, ਭਾਵੇਂ ਇਹ ਸਾਰੀ ਧਰਤੀ ਵਿਚਰ ਕੇ ਵੇਖ ਲਓ, ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤਾਈਂ ਸਾਰੀ ਧਰਤੀ ਦੋਵੇਂ ਦਿਸ਼ਾਵਾਂ ਵਿੱਚ ਵਿਚਰ ਕੇ ਵੇਖ ਲਓ, ਖੰਡਾਂ ਬ੍ਰਹਿਮੰਡਾਂ ਵਿੱਚ ਵਿਚਰ ਕੇ ਵੇਖ ਲਓ, ਜਿਹੋ ਜੀ ਦਇਆ ਪਰਮੇਸ਼ਰ ਅਕਾਲ ਪੁਰਖ ਸਤਿਗੁਰੂ ਵਿੱਚ ਹੈ, ਹੋਰ ਕਿਸੇ ਵਿੱਚ ਨਹੀਂ। ਇਸ ਤਰ੍ਹਾਂ ਨਿਰੋਲ ਕਿਰਪਾ ਦਾ ਖਜ਼ਾਨਾ ਸਭ ਤੇ ਦਇਆ ਕਰਦਾ ਹੈ। ਸੋ ਆਦ ਅੰਤ ਏਕ ਅੰਤਰੇ ਸਰੂਪ ਅਨੇਕਯੰ। ਆਦ ਤੇ ਅੰਤ ਵਿੱਚ ਇੱਕ ਰੂਪ ਹੀ ਹੈ। ਹੁਣ ਆਪਾਂ ਵੇਖੋ ਬੱਚਾ ਹੈ, ਜਵਾਨ ਹੁੰਦਾ, ਕਿਸ਼ੋਰ ਅਵਸਥਾ ਤੋਂ ਬਾਅਦ ਜਵਾਨੀ ਆਉਂਦੀ, ਜਵਾਨੀ ਤੋਂ ਬਾਅਦ ਅਧ ਖੜ ਤੋਂ ਬਾਅਦ ਬਜ਼ੁਰਗ ਹੋ ਜਾਂਦਾ, ਸਰੀਰ ਜੀਰਨ ਪੁਰਾਣਾ ਹੋ ਜਾਂਦਾ ਹੈ। ਪਰ ਪਰਮੇਸ਼ਰ ਜਿਹੜਾ ਆਦ ਤੋਂ ਲੈ ਕੇ ਅੰਤ ਤੱਕ ਇੱਕ ਰੂਪ ਰਹਿੰਦਾ ਹੈ। ਤੇ ਸਾਹਿਬ ਜੀ ਕਹਿੰਦੇ ਧਰੇ ਸਰੂਪ ਅਨੇਕਯੰ। ਵਾਹਿਗੁਰੂ ਤੁਸੀਂ ਅਨੇਕਾਂ ਰੂਪ ਧਾਰਨ ਕੀਤੇ ਨੇ, ਪਰ ਅਨੇਕਾਂ ਰੂਪ ਧਾਰਨ ਕਰਕੇ ਵੀ ਸਦਾ ਇੱਕ ਰੂਪ ਹੀ ਰਹਿੰਦੇ ਹੋ। ਕਿਰਪਾਨ ਪਾਣ ਰਾਜਈ ਬਿਲੋਕ ਪਾਪ ਭਾਜਈ। ਹੱਥ ਦੇ ਵਿੱਚ ਕਿਰਪਾਨ ਸ਼ੋਭਾ ਪਾਉਂਦੀ ਹੈ, ਤੁਹਾਨੂੰ ਵੇਖ ਕੇ ਅਨੇਕਾਂ ਹੀ ਪਾਪ ਦੌੜ ਜਾਂਦੇ ਨੇ। ਭਾਵ ਜਦੋਂ ਤੁਹਾਡੇ ਦਰਸ਼ਨ ਕਰੀਦੇ ਨੇ ਤੇ ਪਾਪ ਨਾਸ਼ ਹੋ ਜਾਂਦੇ ਨੇ। ਦੂਜਾ ਅਰਥ ਹੈ ਬਿਲੋਕ ਪਾਪ ਭਾਜਿਅੰਗ। ਤੇ ਜਦੋਂ ਤੁਸੀਂ ਕਿਸੇ ਵੱਲ ਵੇਖਦੇ ਹੋ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਧਾਰਿਓ, ਉਦੋਂ ਵੀ ਫਿਰ ਅਨੇਕਾਂ ਜਿਹੜੇ ਪਾਪ ਨੇ ਉਹ ਡਰਦੇ ਮਾਰੇ ਥਰ ਥਰ ਕੰਬਦੇ ਭੱਜ ਜਾਂਦੇ ਹਨ। ਅਲੰਕ੍ਰਿਤੰ ਸੋ ਦੇਹਯੰ ਤਨੋ ਮਨੋ ਕੇ ਮੋਹਯੰ। ਤੁਹਾਡੀ ਜਿਹੜੀ ਦੇਹੀ ਹੈ ਨਾ, ਇਸ ਤਰ੍ਹਾਂ ਸੁਸ਼ੋਭਿਤ ਹੈ ਜਿਵੇਂ ਗਹਿਣੇ ਹੁੰਦੇ ਨੇ। ਭਾਵ ਸੋਨੇ ਵਾਂਗੂ ਤੁਹਾਡੀ ਦੇਹੀ ਜਿਹੜੀ ਕੰਚਨ ਵਾਂਗੂ ਚਮਕਾ ਮਾਰਦੀ ਹੈ ਤੇ ਜਿਹਨੂੰ ਵੇਖ ਕੇ ਸਭ ਦਾ ਤਨ ਮਨ ਮੋਹਿਆ ਜਾਂਦਾ ਹੈ। ਕਮਾਨ ਬਾਣ ਧਾਰ ਹੀ ਅਨੇਕ ਸਤੁਰ ਢਾਰ ਹੀ। ਹੱਥ ਦੇ ਵਿੱਚ ਆਪ ਜੀ ਨੇ ਬਾਣ ਤੇ ਕਮਾਨ ਜਦੋਂ ਧਾਰਨ ਕੀਤਾ, ਅਨੇਕਾਂ ਹੀ ਜਿਹੜੇ ਸ਼ਤਰੂ ਸਨ ਉਹ ਤੁਸਾਂ ਨਾਸ਼ ਕਰ ਦਿੱਤੇ। ਕੋਈ ਵੈਰੀ ਤੁਹਾਡੇ ਸਾਹਮਣੇ ਨਹੀਂ ਖਲੋ ਸਕਿਆ। ਕਮਕ ਕੁੰਗਰੰ ਸੁਰੰ ਨਵੰ ਨਨਾਦ ਨੂਪਰੰ। ਇਸੇ ਤਰ੍ਹਾਂ ਕਹਿੰਦੇ ਜਿਹੜੇ ਘੁੰਗਰੂ ਹਨ ਉਹਨਾਂ ਦਾ ਸਵਰ ਪੈਦਾ ਹੁੰਦਾ ਜਦੋਂ ਜਾ ਕੇ ਜੰਗ ਕਰਦੇ ਹੋ। ਤੇ ਨਵੰ ਨਾਦ ਨੂਪਰੰ, ਨੂਪਰੰ ਕਹਿੰਦੇ ਝਾਂਜਰਾਂ ਦਾ ਨਵਾਂ ਨਾਦ ਪੈਦਾ ਹੁੰਦਾ ਹੈ। ਰਜੂਆਲ ਬਿਜੁਲੰ ਜੁਲੰ ਪਵਿੱਤਰ ਪਰਮ ਨਿਰਮਲ। ਤੁਹਾਡਾ ਮੁਖ ਇਸ ਤਰ੍ਹਾਂ ਕਹਿੰਦੇ ਸ਼ੋਭਾ ਪਾਉਂਦਾ ਹੈ ਜਿਸ ਪ੍ਰਕਾਰ ਆਕਾਸ਼ ਦੇ ਵਿੱਚ ਚਿੱਟੇ ਰੰਗ ਦੀ ਬਿਜਲੀ ਲਸ਼ਕਦੀ ਹੁੰਦੀ ਹੈ, ਇਦਾਂ ਤੁਹਾਡੇ ਮੁਖ ਦੇ ਉੱਪਰ ਪ੍ਰਕਾਸ਼ ਸੁਸ਼ੋਭਿਤ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਨਾ, ਇੱਕ ਦਫਾ ਵੀ ਕੋਈ ਇਦਾਂ ਦਾ ਹੈ ਜਿਹੜਾ ਮੈਨੂੰ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਾ ਦੇ। ਉਸ ਸਮੇਂ ਕੋਈ ਇਹੋ ਜਿਹਾ ਸਿੰਘ ਤਾਂ ਨਹੀਂ ਸੀ ਜਿਹਨੇ ਦਰਸ਼ਨ ਕੀਤੇ ਸਨ, ਕੋਈ ਨਾ ਲੱਭਿਆ। ਅਖੀਰ ਲਾਹੌਰੋਂ ਬਾਹਰ ਇੱਕ ਨਿਹੰਗ ਸਿੰਘ ਰਹਿੰਦਾ ਸੀਗਾ।
ਉਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਮੇਂ ਦਾ ਸਿੰਘ ਸੀਗਾ ਤੇ ਬੜਾ ਬਜ਼ੁਰਗ ਹੋ ਚੁੱਕਾ ਸੀਗਾ। ਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਪਤਾ ਲੱਗਿਆ ਵੀ ਉਹਨਾਂ 10ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਜਦੋਂ ਸੇਵਕ ਗਏ, ਕਹਿੰਦੇ ਜੀ ਸੱਚੀ ਸਰਕਾਰ ਬੁਲਾਉਂਦੇ ਨੇ। ਕਹਿੰਦੇ ਕਿਹੜੀ ਸੱਚੀ ਸਰਕਾਰ, ਮੈਂ ਨਹੀਂ ਮੰਨਦਾ ਕਿਸੇ ਨੂੰ, ਮੇਰੀ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ। ਜਿਵੇਂ ਇੱਕ ਅੰਗਰੇਜ਼ ਨਿਹੰਗ ਸਿੰਘ ਨੂੰ ਕਹਿੰਦਾ ਵੀ ਤੁਹਾਡੀ ਸਰਕਾਰ ਕਿਹੜੀ ਹੈ, ਬਰਛਾ ਚੁੱਕਿਆ ਆਕਾਸ਼ ਵੱਲ, ਉਹ ਅਕਾਲ ਪੁਰਖ ਸਾਡੀ ਸੱਚੀ ਸਰਕਾਰ ਹੈ, ਉਹਨੂੰ ਮੰਨਦੇ ਆ, ਉਹਦੇ ਤੋਂ ਬਿਨਾਂ ਅਸੀਂ ਕਿਸੇ ਸਰਕਾਰ ਨੂੰ ਨਹੀਂ ਮੰਨਦੇ, ਸਭ ਦੇ ਬਾਗੀ ਆ। ਕਹਿੰਦਾ ਨਹੀਂ, ਮੈਂ ਧਰਤੀ ਦੀ ਗੱਲ ਕਰਦਾ ਵੀ ਇੱਥੇ ਤੁਹਾਡੀ ਕਿਹੜੀ ਸਰਕਾਰ ਹੈ। ਤੇ ਬਰਛਾ ਜਿਹੜਾ ਸੀ ਨਾ ਉਲਟਾ ਕੇ ਧਰਤੀ 'ਚ ਗੱਡ ਦਿੱਤਾ। ਕਹਿੰਦੇ ਖਾਲਸਾ ਹੋਵੇ ਖੁਦ ਖੁਦਾ, ਖਾਲਸਾ ਆਪ ਹੀ ਖੁਦਾ ਹੈ, ਆਪ ਹੀ ਆਪਣਾ ਮਾਲਕ ਹੈ, ਆਪਣੀ ਇਹਦੀ ਸਰਕਾਰ ਹੈ, ਆਪ ਹੀ ਪਾਤਸ਼ਾਹ ਹੈ। ਇੱਥੇ ਅਸੀਂ ਕਿਸੇ ਨੂੰ ਨਹੀਂ ਮੰਨਦੇ, ਖਾਲਸਾ ਖੁਦ ਖੁਦਾ ਹੀ ਹੁੰਦਾ ਹੈ, ਆਪਣੇ ਆਪ ਦਾ ਆਪ ਹੀ ਮਾਲਕ ਹੈ। ਤੇ ਉਹ ਨਿਹੰਗ ਸਿੰਘ ਕਹਿਣ ਲੱਗਾ ਵੀ ਮੈਂ ਨਹੀਂ ਕਿਸੇ ਨੂੰ ਮੰਨਦਾ, ਸਭ ਝੂਠੀਆਂ ਸਰਕਾਰਾਂ ਨੇ, ਸੱਚੀ ਸਰਕਾਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ। ਮਹਾਰਾਜਾ ਰਣਜੀਤ ਸਿੰਘ ਨੇ ਬੇਨਤੀਆਂ ਕੀਤੀਆਂ, ਸੋਨੇ ਦੀ ਪਾਲਕੀ ਭੇਜੀ ਵੀ ਬਿਠਾ ਕੇ ਲਿਆਓ। ਬੜੇ ਅਦਬ ਸਤਿਕਾਰ ਨਾਲ ਬਿਠਾ ਕੇ ਲਿਆਂਦਾ ਗਿਆ, ਉੱਚਾ ਤਖਤ ਲਵਾਇਆ ਵੀ ਮੈਨੂੰ ਦਰਸ਼ਨ ਕਰਾਓ। ਤੇ ਮਹਾਰਾਜ ਕਲਗੀਧਰ ਜੀ ਦੇ ਜਿਹੋ ਜਿਹੇ ਸਰੂਪ ਦੇ ਉਹਨਾਂ ਦੀਦਾਰ ਕੀਤੇ ਸਨ, ਉਹਨੂੰ ਬਿਆਨ ਕਰਨ ਲੱਗ ਪਏ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਚੀ ਲੰਮੀ ਡੀਲ ਡੌਲ ਹੈ, ਗੋਡਿਆਂ ਤਾਈਂ ਲੰਬੀਆਂ ਬਾਹਾਂ ਤੇ ਲੰਬਾ ਦਾੜਾ ਮਹਾਰਾਜ ਦਾ। ਅੱਜ ਕੱਲ੍ਹ ਤਾਂ ਜਿਹੜਾ ਅਸੀਂ ਵੇਖਦੇ ਆ ਨਾ ਵੀ ਛੋਟਾ ਜਿਹਾ ਦਾੜਾ ਦਿਖਾਈ ਦਿੰਦਾ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਵੀ ਮਹਾਰਾਜ ਜਦੋਂ ਬਹਿੰਦੇ ਸਨ ਤੇ ਦਾੜਾ ਗੋਦ ਵਿੱਚ ਹੁੰਦਾ ਸੀ, ਵੀ ਇੰਨਾ ਲੰਮਾ ਦਾੜਾ ਸੀ 10ਵੇਂ ਪਾਤਸ਼ਾਹ ਦਾ। ਉਹਨਾਂ ਜ਼ਿਕਰ ਕੀਤਾ 10ਵੇਂ ਪਾਤਸ਼ਾਹ ਜਦੋਂ ਸੱਚਖੰਡ ਗਏ ਨਾ, ਉਦੋਂ ਜ਼ਿਕਰ ਕਰਦੇ ਨੇ। ਤੇ ਸਾਧ ਸੰਗਤ ਜੀ ਕਹਿੰਦੇ ਜਦੋਂ ਮੁਖ ਦੀ ਗੱਲ ਆਈ ਤੇ ਨਿਹੰਗ ਸਿੰਘ ਉਹਦੀ ਬਾਣੀ ਗੱਦ ਹੋ ਗਈ, ਅੱਖਾਂ ਭਰ ਆਈਆਂ, ਗਲਾ ਭਰ ਆਇਆ ਤੇ ਬੋਲ ਨਾ ਸਕਿਆ। ਬਾਕੀ ਤਾਂ ਸਾਰੇ ਸਰੀਰ ਦੀ ਬਣਾਵਟ ਦਿਖਾ ਦਿੱਤੀ ਵੀ ਇਦਾਂ ਦਾ ਸੀ, ਪਰ ਜਦੋਂ ਚਿਹਰੇ ਦੀ ਗੱਲ ਆਈ ਨਾ ਤੇ ਬਿਆਨ ਨਹੀਂ ਕਰ ਸਕਿਆ। ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਮਹਾਰਾਜ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਿਹਰੇ ਦੇ ਤਾਂ ਦਰਸ਼ਨ ਕਰਾ ਦਿਓ ਵੀ ਉਹਨਾਂ ਦਾ ਚਿਹਰਾ ਕਿਦਾਂ ਦਾ ਸੀ। ਉਹ ਕਹਿੰਦੇ ਮੈਂ ਬਿਆਨ ਹੀ ਨਹੀਂ ਕਰ ਸਕਦਾ ਵੀ ਚਿਹਰੇ ਤੇ ਇੰਨਾ ਪ੍ਰਕਾਸ਼ ਸੀ ਕਿ ਕੋਈ ਅੱਖਾਂ ਭਰ ਕੇ ਵੀ ਵੇਖ ਲੈਂਦਾ ਸੀ, ਅੱਖਾਂ ਚੁੰਧਿਆਈਆਂ ਜਾਂਦੀਆਂ ਸਨ, ਇੰਨਾ ਪ੍ਰਕਾਸ਼ ਸੀ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਚਿੱਤਰ ਬਣਾਉਣਗਾ ਚਿੱਤਰਕਾਰ, ਮਹਾਰਾਜ ਸਾਹਮਣੇ ਬੈਠੇ ਤੇ ਉਹ ਜਦੋਂ ਮੂੰਹ ਬਣਾਉਣ ਲੱਗਾ ਨਾ, ਚਿਹਰਾ ਬਣਾਉਣ ਲੱਗਾ ਤੇ ਕਲਮ ਡਿੱਗ ਪਿਆ ਕਰੇ, ਉਹਨੇ ਫਿਰ ਕਲਮ ਚੁੱਕੀ, ਫਿਰ ਬਣਾਉਣ ਲੱਗਾ, ਫਿਰ ਕਲਮ ਡਿੱਗ ਪਈ। ਬਾਕੀ ਤਾਂ ਸਰੀਰ ਬਣਾ ਲਿਆ ਪਰ ਚਿਹਰਾ ਨਾ ਬਣੇ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੇਖ ਲਿਆ ਤੇ ਮਹਾਰਾਜ ਆਪ ਉੱਠੇ ਤੇ ਕਲਮ ਲੈ ਕੇ ਆਪਣਾ ਚਿਹਰਾ ਆਪ ਹੀ ਬਣਾ ਦਿੱਤਾ। ਮਹਾਰਾਜ ਕਹਿੰਦੇ ਤੇਰੇ ਕੋ ਨਹੀਂ ਬਣਨਾ, ਕਿਉਂ? ਪ੍ਰਤਾਪ ਹੀ ਇੰਨਾ ਜ਼ਿਆਦਾ ਹੈ ਚਿਹਰੇ ਤੇ, ਕੋਈ ਅੱਖ ਭਰ ਕੇ ਨਹੀਂ ਵੇਖ ਸਕਦਾ। ਜਿਵੇਂ ਆਪਾਂ ਸੂਰਜ ਵੱਲ ਅੱਖ ਭਰ ਕੇ ਨਹੀਂ ਨਾ ਵੇਖ ਸਕਦੇ, ਇਦਾਂ ਪਰਮੇਸ਼ਰ ਦਾ ਸਰੂਪ ਇਦਾਂ ਦਾ ਹੈ ਵੀ ਉਹਦੇ ਚਿਹਰੇ ਵੱਲ ਦਗ ਦਗ ਕਰਦਾ ਚਿਹਰਾ ਜਿਵੇਂ ਤਾਂਬਾ ਹੁੰਦਾ ਹੈ, ਇਦਾਂ ਦਾ ਚਿਹਰਾ। ਮਹਾਰਾਜ ਨੇ ਇੱਥੇ ਉਦਾਹਰਣ ਦਿੱਤੀ ਵੀ ਜਿਵੇਂ ਆਕਾਸ਼ ਵਿੱਚ ਬਿਜਲੀ ਲਿਸ਼ਕਦੀ ਹੁੰਦੀ ਹੈ ਨਾ, ਇਦਾਂ ਦਾ ਪ੍ਰਕਾਸ਼ ਤੇਜ ਜਿਹੜਾ ਉਹਨਾਂ ਦੇ ਚਿਹਰੇ ਦੇ ਉੱਪਰ ਹੈ। ਪਵਿੱਤਰ ਪਰਮ ਨਿਰਮਲੰ, ਬੜੇ ਪਵਿੱਤਰ ਹਨ, ਨਿਰਮਲ ਤੋਂ ਨਿਰਮਲ ਹਸਤੀ ਹੈ। ਟੋਟਕ ਛੰਦ ਤਵੈ ਪ੍ਰਸਾਦ, ਨਵਨੇਵਰ ਨਾਦ ਸੁਰੰਗ ਨਿਰਮਲੰ। ਟੋਟਕ ਛੰਦ ਉਚਾਰਦੇ ਨੇ ਤਵੈ ਪ੍ਰਸਾਦ। ਵਾਹਿਗੁਰੂ ਤੁਹਾਡੀ ਕਿਰਪਾ ਦੇ ਨਾਲ ਮੈਂ ਛੰਦ ਉਚਾਰਨ ਕਰਦਾ, ਤੁਹਾਡੀ ਮਹਿਮਾ ਕਰਦਾ ਆ। ਸਾਹਿਬ ਜੀ ਕਹਿੰਦੇ ਨਵਨੇਵਰ ਨਾਦ ਸੁਰੰਗ ਨਿਰਮਲੰ, ਉਸ ਨਿਰਮਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨੇਵਰ ਜਿਹੜੇ ਨੂਪਰ ਹਨ, ਉਹਨਾਂ ਦੇ ਵਿੱਚੋਂ ਨਵਾਂ ਨਾਦ ਪੈਦਾ ਹੁੰਦਾ ਹੈ। ਮੁਖ ਬਿਜਲ ਜਵਾਲ ਕਣੰ ਪਰ ਜੁਲੰ, ਉਹਨਾਂ ਦੇ ਮੁਖ ਦੇ ਉੱਪਰ ਮਹਾਰਾਜ ਕਹਿੰਦੇ ਜੈਸੇ ਬਿਜਲੀ ਤੇ ਜੈਸੇ ਅੱਗ ਤਪਦੀ ਹੁੰਦੀ ਹੈ, ਇਦਾਂ ਦਾ ਪ੍ਰਤਾਪ ਉਹਨਾਂ ਦੇ ਚਿਹਰੇ ਤੇ ਪ੍ਰਗਟ ਹੁੰਦਾ ਹੈ। ਮਦਰਾ ਕਰ ਮਤ ਮਹਾ ਭਬਕੰ, ਜਿਵੇਂ ਕੋਈ ਹਾਥੀ ਸ਼ਰਾਬ ਦੇ ਨਾਲ ਮਸਤ ਹੋ ਕੇ ਭਬਕਾਰੇ ਮਾਰਦਾ ਹੈ, ਇਦਾਂ ਮੈਦਾਨੇ ਜੰਗ ਦੇ ਵਿੱਚ ਮਸਤ ਹੋ ਕਰਕੇ ਭਬਕਾਂ ਮਾਰਦੇ ਹਨ। ਮਨ ਮੈਂ ਮਨੋ ਬਾਗ ਬੱਚਾ ਭਬਕੰ, ਸਤਿਗੁਰੂ ਕਹਿੰਦੇ ਇਸ ਤਰ੍ਹਾਂ ਮੰਨ ਲਓ ਜਿਵੇਂ ਜੰਗਲ ਦੇ ਵਿੱਚ ਬਾਗ ਦਾ ਸ਼ੇਰ ਦਾ ਬੱਚਾ ਭਬਕ ਮਾਰਦਾ ਹੈ, ਸ਼ੇਰ ਦੇ ਨਿਆਈ ਮੈਦਾਨੇ ਜੰਗ ਵਿੱਚ ਭਬਕਾਂ ਮਾਰਦੇ ਹਨ। ਭਵ ਭੂਤ
ਭੂਤ ਭਵਿਖ ਭਵਾਨ ਭਵੰ। ਸੰਸਾਰ ਦੇ ਅੰਦਰ ਜਿਹੜਾ ਸਮਾਂ ਲੰਘ ਚੁੱਕਾ ਹੈ, ਵਰਤਮਾਨ ਤੇ ਆਉਣ ਵਾਲਾ ਭਵਿੱਖਤ ਕਾਲ, ਇਹਨਾਂ ਤਿੰਨਾਂ ਸਮਿਆਂ ਦੇ ਵਿੱਚ ਉਹ ਜੁੜਿਆ ਹੋਇਆ ਹੈ। ਕਲ ਕਾਰਨ ਉਬਾਰਣ ਏਕ ਤੁਵੰ। ਹੇ ਅਕਾਲ ਪੁਰਖ, ਸਾਰੀਆਂ ਸ਼ਕਤੀਆਂ ਦਾ ਕਾਰਨ ਤੂੰ ਹੈ। ਕਲ ਨਾਮ ਸੰਸਾਰ ਦਾ, ਇਹਦਾ ਅਰਥ ਵਿਦਵਾਨਾਂ ਨੇ ਸੰਸਾਰ ਵੀ ਕਰ ਦਿੱਤਾ। ਸਾਰੇ ਸੰਸਾਰ ਦਾ ਕਾਰਨ ਵੀ ਤੁਸੀਂ ਆਪ ਹੋ ਤੇ ਉਭਾਰਨ ਏਕ ਤੁਵੰਗ, ਤੇ ਸਭ ਨੂੰ ਉਭਾਰਨ ਵਾਲੇ, ਬਚਾਉਣ ਵਾਲੇ ਵਾਹਿਗੁਰੂ ਤੁਸੀਂ ਕੇਵਲ ਇੱਕ ਹੋ। ਤੁਹਾਡੇ ਬਿਨਾਂ ਕੋਈ ਦੂਸਰਾ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ। ਸਭ ਠਾਉੜ ਨਿਰੰਤਰ ਨਿਤ ਨਯੰ। ਹਰ ਇੱਕ ਜਗ੍ਹਾ ਤੇ ਇੱਕ ਰਸ ਵਿਆਪਕ ਹੋ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਪ੍ਰਕਾਸ਼ ਕੀਤਾ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਸਤਿਗੁਰੂ ਸਰੀਰ ਦੀ ਗੱਲ ਕਰਦੇ ਨੇ ਵੀ ਸਤਿਗੁਰੂ ਕੋ ਸਰੀਰ ਹੈ ਜੋਈ, ਵੀ ਜਿਹੜਾ ਗੁਰੂ ਦਾ ਸਰੀਰ ਹੈ ਨਾ ਉਹ ਇੱਕ ਸਮੇਂ ਤੇ ਹਰ ਜਗ੍ਹਾ ਤੇ ਨਹੀਂ ਹੁੰਦਾ। ਪਰ ਮਹਾਰਾਜ ਕਹਿੰਦੇ ਜਿਹੜੀ ਬਾਣੀ ਹੈ ਉਹ ਹਰ ਸਮੇਂ ਹਰ ਜਗ੍ਹਾ ਤੇ ਹਰ ਇੱਕ ਸਿੱਖ ਦੇ ਹਿਰਦੇ ਵਿੱਚ ਹੁੰਦੀ ਹੈ। ਵਾਹੋ ਵਾਹੋ, ਬਾਣੀ ਨਿਰੰਕਾਰ ਹੈ, ਬਾਣੀ ਆਪ ਨਿਰੰਕਾਰ ਹੈ ਤੇ ਨਿਰੰਕਾਰ ਹਰ ਜਗ੍ਹਾ ਤੇ ਇੱਕ ਰਸ ਵਰਤਦਾ। ਸਰੀਰ ਹਰ ਜਗ੍ਹਾ ਤੇ ਨਹੀਂ ਹੋ ਸਕਦਾ ਇੱਕ ਸਮੇਂ ਦੇ ਵਿੱਚ, ਪਰ ਵੇਖੋ ਬਾਣੀ ਨਿਰੰਕਾਰ ਹੈ, ਰੱਬ ਵਿਆਪਕ ਹੈ ਤੇ ਹਰ ਇੱਕ ਸਿੱਖ ਦੇ ਹਿਰਦੇ ਵਿੱਚ ਬਾਣੀ ਹੈ। ਜਿੱਥੇ ਮਰਜੀ ਬਹਿ ਕੇ ਪੜ੍ਹ ਲਓ, ਜਿੱਥੇ ਮਰਜੀ ਯਾਦ ਕਰ ਲਓ, ਉੱਥੇ ਹੀ ਹਾਜ਼ਰ ਹੋ ਜਾਂਦੇ ਨੇ ਮਹਾਰਾਜ ਬਾਣੀ ਦੇ ਰੂਪ ਵਿੱਚ, ਕਿਉਂਕਿ ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਗੁਰੂ ਰੂਪ ਹੈ, ਗੁਰੂ ਆਪ ਹੀ ਬਾਣੀ ਹੈ। ਅਗੰਮੀ ਬਾਣੀ ਜਿਹੜੀ ਅਕਾਲੀ ਬਾਣੀ ਧੁਰ ਤੋਂ ਆਈ ਹੈ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਇੱਕ ਜਗ੍ਹਾ ਤੇ ਉਹ ਨਿਰੰਤਰ ਇੱਕ ਰਸ ਵਿਆਪਕ ਹੈ, ਨਿਤ ਨਿਯੰਗ, ਉਹ ਨੇਤੀ ਨਵਾਂ। ਹਰ ਇੱਕ ਚੀਜ਼ ਪੁਰਾਣੀ ਹੋ ਜਾਂਦੀ ਹੈ, ਪਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਤਾਰ। ਮੇਰਾ ਅਕਾਲ ਪੁਰਖ ਵਾਹਿਗੁਰੂ ਨੇਤੀ ਨਵਾਂ ਹੈ। ਨਿਦ ਮੰਗਲ ਰੂਪ ਤੋਯੰ ਸੋ ਭਯੰ। हे ਵਾਹਿਗੁਰੂ, ਆਪ ਜੀ ਦਾ ਜਿਹੜਾ ਸਰੂਪ ਮੰਗਲਮਈ ਸਰੂਪ ਹੈ, ਖੁਸ਼ੀ ਵਾਲਾ, ਆਨੰਦ ਵਾਲਾ ਆਪ ਜੀ ਦਾ ਰੂਪ ਸ਼ੋਭਤ ਹੈ। ਦ੍ਰਿੜਦਾਚ ਕਰਾਲ ਦਵੈਸੇ ਤੁਦੰ। ਤੁਹਾਡੀ ਜਿਹੜੀ ਕਹਿੰਦੇ ਦਾੜ ਹੈ ਨਾ, ਕਰਾਲ ਬੜੀ ਭਿਅੰਕਰ ਹੈ। ਕਹਿੰਦੇ ਇੱਕ ਨਹੀਂ ਦੋ ਦਾੜਾਂ ਨੇ, ਜਿਵੇਂ ਹਾਥੀ ਦੀਆਂ ਦੋ ਦਾੜਾਂ ਹੁੰਦੀਆਂ ਨਾ ਬਾਹਰ ਨੂੰ ਨਿਕਲੀਆਂ ਹੁੰਦੀਆਂ, ਇਦਾਂ ਤੁਹਾਡੀਆਂ ਦੋ ਬੜੀਆਂ ਭਿਅੰਕਰ ਚਿੱਟੇ ਰੰਗ ਦੀਆਂ ਦਾੜਾਂ, ਉਦੰ ਕਹਿੰਦੇ ਉੱਚੀਆਂ ਦਾੜਾਂ ਨੇ। ਕਿਹੜੀਆਂ ਦਾੜਾਂ? ਕਾਲ ਰੂਪੀ ਦਾੜਾਂ ਨੇ, ਜਿਹਦੇ ਨਾਲ ਤੁਸੀਂ ਸੰਸਾਰ ਦਾ ਨਾਸ਼ ਕਰਦੇ ਹੋ। ਜਿਹ ਭਾਜਤ ਦੁਸ਼ਟ ਬਿਲੋਕ ਜੁਦੰ। ਜਿਨ੍ਹਾਂ ਦਾੜਾਂ ਨੂੰ ਯੁੱਧ ਦੇ ਅੰਦਰ ਦੁਸ਼ਟ ਵੇਖ ਕੇ ਭੱਜ ਜਾਂਦੇ ਹਨ। ਮਦ ਮਤ ਕਿਰਪਾਨ ਕਰਾਲ ਤਰੰਗ। ਵੀਰ ਰਸ ਦੇ ਨਸ਼ੇ ਨਾਲ ਮਸਤ ਹੋ ਤੇ ਹੱਥ ਦੇ ਵਿੱਚ ਬੜੀ ਕਰਾਲ ਭਿਅੰਕਰ ਕਿਰਪਾਨ ਧਾਰਨ ਕੀਤੀ ਹੈ। ਜੈ ਸਦ ਸੁਰਾਸੁਰ ਅੰਗ ਉਚਰੰ। ਜਦੋਂ ਜੰਗ ਵਿੱਚ ਜੂਝਦੇ ਹੋ ਤੇ ਵੇਖ ਵੇਖ ਕੇ ਸਾਰੇ ਦੇਵਤੇ ਤੁਹਾਡੀ ਜੈ ਜੈਕਾਰ ਕਰਦੇ ਨੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦਿੰਦੇ ਨੇ, ਸੂਰਮੇ ਸਨ। ਸੂਰਮਾ ਤਾਂ ਉਹੀ ਹੈ ਨਾ ਜਿਹੜਾ ਪਿੱਛੇ ਨਹੀਂ ਮੁੜਦਾ, ਆਪਣੀ ਕੁਰਬਾਨੀ ਦੇ ਕੇ ਹੀ ਮੁੜਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਜੰਗ ਵਿੱਚ ਜੂਝਦੇ ਸਨ ਤੇ 11 ਸਾਲ ਦੀ ਉਮਰ ਸੀ ਉਦੋਂ, ਜੰਗ ਕਰਦੇ ਸਨ ਤੇ ਮਾਤਾ ਜੀ ਨੇ ਸੁਨੇਹਾ ਭੇਜਿਆ, ਲੈ ਨਵੇਂ ਆਨੰਦ ਕਾਰਜ ਹੋਏ ਤੇ ਮਾਤਾ ਨਾਨਕੀ ਜੀ ਵੀ ਸਾਧ ਸੰਗਤ ਜੀ ਕੋਲ ਖਲੋਤੇ ਹੋਏ। ਮਾਤਾ ਨਾਨਕੀ ਜੀ ਨੇ ਸੁਨੇਹਾ ਭੇਜਿਆ ਵੀ ਜਾਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬੁਲਾ ਲਿਆਓ, ਵੀ ਉਮਰਾਂ ਕਰਕੇ ਛੋਟੇ ਨੇ, ਵੀ 11 ਸਾਲ ਦੇ ਥੱਕ ਗਏ ਹੋਣਗੇ। ਤੇ ਸਾਧ ਸੰਗਤ ਜੀ, ਮਹਾਰਾਜ ਨੇ ਆਖਿਆ ਮਾਤਾ ਜੀ, ਸੂਰਮਾ ਦੋ ਹਾਲਾਤਾਂ ਵਿੱਚ ਵਾਪਸ ਮੁੜਦਾ, ਜਾਂ ਜਿੱਤ ਕੇ ਆਉਂਦਾ ਤੇ ਜਾਂ ਜੂਝ ਕੇ ਆਉਂਦਾ। ਭਾਵ ਜਾਂ ਤਾਂ ਵੈਰੀ ਨੂੰ ਜਿੱਤ ਕੇ ਮੁੜਦਾ ਜਾਂ ਜੰਗ ਵਿੱਚ ਸ਼ਹੀਦ ਹੋ ਕੇ ਮੁੜਦਾ ਹੈ। ਇਦਾਂ ਨਹੀਂ ਮੈਂ ਵਾਪਸ ਆਉਣਾ, ਹੁਣ ਜਾਂ ਤਾਂ ਸ਼ਹੀਦ ਹੋ ਕੇ ਆਵਾਂਗਾ ਤੇ ਜਾਂ ਫਿਰ ਜਿੱਤ ਕੇ ਆਵਾਂਗਾ। ਜਿੱਤ ਕੇ ਵਾਪਸ ਆਏ ਕਰਤਾਰਪੁਰੇ ਦੀ ਜੰਗ ਵਿੱਚ। ਜਿਸ ਦਿਨ ਸ਼ਹੀਦ ਹੋਣ ਵਾਸਤੇ ਗਏ ਉਸ ਦਿਨ ਸ਼ਹੀਦ ਹੋ ਕੇ ਹੀ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤੇ ਫਿਰ ਉੱਥੇ ਕਲਗੀਧਰ ਜੀ ਚਿੱਤਰ ਨਾਟਕ ਵਿੱਚ ਵੀ ਲਿਖਦੇ ਨੇ, ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕੁਰਬਾਨੀ ਵੇਖ ਕੇ ਦੇਵਲੋਕ ਵਿੱਚ ਜੈ ਜੈਕਾਰ ਮਚ ਗਈ।
ਅਕਾਲ ਪੁਰਖ ਨੂੰ ਵੇਖ ਕਰਕੇ ਦੇਵੀ ਦੇਵਤੇ ਉਹਦੀ ਜੈ ਜੈਕਾਰ ਕਰਦੇ ਹਨ, ਮਹਿਮਾ ਕਰਦੇ ਹਨ। ਨਵ ਕਿੰਕਣ ਨੇਵਰ ਨਾਦ ਹੁਅੰ। ਸਤਿਗੁਰੂ ਕਹਿੰਦੇ ਹੱਥ ਦੇ ਵਿੱਚ ਕੰਗਣ ਇਸੇ ਤਰ੍ਹਾਂ ਨੇਵਰ ਧਾਰਨ ਕੀਤੇ ਜਿਨ੍ਹਾਂ ਦਾ ਨਵਾਂ ਨਾਦ ਪੈਦਾ ਹੁੰਦਾ ਹੈ। ਚਲ ਚਾਲ ਸਭਾ ਚਲ ਕੰਪ ਭੂਅੰ। ਜਿਸ ਨਾਦ ਦੇ ਨਾਲ ਜੜ ਤੇ ਚੇਤਨ ਜੀਵ ਥਰ ਥਰ ਕੰਬਣ ਲੱਗ ਪੈਂਦੇ, ਧਰਤੀ ਵੀ ਥਰ ਥਰ ਕੰਬਣ ਲੱਗ ਪੈਂਦੀ ਹੈ। ਕਣ ਕੁੰਦਰ ਕੰਟਣ ਘੋਰ ਸੁਰੰਗ। ਇਸੇ ਪ੍ਰਕਾਰ ਜਿਵੇਂ ਆਕਾਸ਼ ਦੇ ਵਿੱਚੋਂ ਕਾਲੀਆਂ ਘਟਾਵਾਂ ਦੇ ਵਿੱਚ ਬਿਜਲੀ ਚਮਕਦੀ ਹੈ ਤੇ ਘੋਰ ਨਾਦ ਪੈਦਾ ਹੁੰਦਾ ਹੈ, ਇਸੇ ਤਰ੍ਹਾਂ ਉਹਨਾਂ ਦੇ ਘੁੰਗਰੂ ਤੇ ਘੰਟਿਆਂ ਦੀ ਇਹੋ ਜੀ ਭਿਅੰਕਰ ਆਵਾਜ਼ ਆਉਂਦੀ ਹੈ। ਚਰ ਚਾਰ ਚਰਾਚਰ ਅੰਗ ਹੁਰੰਗ। ਜਿਸ ਆਵਾਜ਼ ਨੂੰ ਸੁਣ ਕਰਕੇ ਜੜ ਤੇ ਚੇਤਨ ਜਿਹੜੇ ਜੀਵ ਹਨ ਉਹ ਘਬਰਾ ਜਾਂਦੇ ਹਨ। ਚਲ 14 ਚੱਕਰਨ ਚੱਕਰ ਫਿਰੰਗ। ਸਾਧ ਸੰਗਤ ਜੀ 14 ਲੋਕਾਂ ਵਿੱਚ ਅਕਾਲ ਪੁਰਖ ਦਾ ਹੁਕਮ ਰੂਪੀ ਚੱਕਰ ਫਿਰਦਾ ਹੈ। ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਈ ਪ੍ਰਤੀਨ। ਜਾਪ ਸਾਹਿਬ ਵਿੱਚ ਆਪਾਂ ਪੜ੍ਹਦੇ ਆ ਨਾ, ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਹੁਕਮ ਰੂਪੀ ਜਿਹੜਾ ਚੱਕਰ ਹੈ, ਬੱਕਰ ਨਾਮ ਹੁੰਦਾ ਟੇਢੇ ਦਾ, ਉਹਦਾ ਹੁਕਮ ਰੂਪੀ ਚੱਕਰ ਟੇਢਾ ਚਾਰੇ ਲੋਕਾਂ ਦੇ ਵਿੱਚ 14 ਲੋਕਾਂ ਦੇ ਵਿੱਚ ਫਿਰਦਾ ਹੈ। ਚੱਕਰ ਬੱਕਰ ਫਿਰੈ ਚਤੁਰ ਚੱਕ, ਚਾਰ ਚੱਕਾਂ ਵਿੱਚ ਉਹਦਾ ਹੁਕਮ ਫਿਰ ਰਿਹਾ, ਯਾਨੀ ਚਾਰੇ ਦਿਸ਼ਾਵਾਂ ਵਿੱਚ ਮਾਨਈ ਪੁਰ ਤੀਨ। ਤਿੰਨੇ ਲੋਕਾਂ ਦੇ ਜੀਵ ਉਸ ਮਾਲਕ ਅਕਾਲ ਪੁਰਖ ਦਾ ਹੁਕਮ ਮੰਨਦੇ ਹਨ। ਤੋ ਚੱਲ 14 ਚੱਕਰਨ ਚੱਕਰ ਫਿਰੰਗ। ਅਕਾਲ ਪੁਰਖ ਦਾ ਹੁਕਮ ਰੂਪੀ ਚੱਕਰ ਜਿਹੜਾ 14 ਲੋਕਾਂ ਵਿੱਚ ਫਿਰਦਾ ਹੈ। ਬਟਵੰਗ ਕਟਵੰਗ ਹਰੀਅੰਗ ਸੁਬਰੰਗ। ਜਿਹੜੇ ਤਾਂ ਵੱਧਦੇ ਹੁੰਦੇ ਉਹਨਾਂ ਨੂੰ ਘਟਾ ਦਿੰਦਾ ਹੈ। ਭਿਖਾਰੀ ਤੇ ਰਾਜ ਕਰਾਵੇ, ਰਾਜੇ ਤੇ ਭਿਖਾਰੀ, ਜਿਹੜੇ ਰਾਜੇ ਨੇ ਉਹਨਾਂ ਨੂੰ ਭਿਖਾਰੀ ਬਣਾ ਦਿੰਦਾ ਹੈ। ਹਰੀਅੰਗ ਸੁਬਰੰਗ, ਮਹਾਰਾਜ ਕਹਿੰਦੇ ਨੇ ਜਿਹੜੇ ਸੁੱਕੇ ਨੇ ਉਹਨਾਂ ਨੂੰ ਹਰਾ ਭਰਾ ਕਰ ਦਿੰਦਾ ਹੈ ਤੇ ਜਿਹੜੇ ਖਾਲੀ ਨੇ ਉਹਨਾਂ ਨੂੰ ਭਰ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ। ਗੁਰੂ ਨਾਨਕ ਸਾਹਿਬ ਜੀ ਜਦੋਂ ਰਾਜੇ ਸ਼ਿਵਨਾਭ ਨੂੰ ਮਿਲਣ ਗਏ ਨਾ, ਤੇ ਰਾਜਾ ਸ਼ਿਵਨਾਭ ਜਿਹੜਾ ਗੁਰੂ ਸਾਹਿਬ ਜੀ ਨੂੰ ਯਾਦ ਕਰਦਾ ਸੀਗਾ, ਤੇ ਭਾਈ ਮਨਸੁਖ ਨੇ ਆਖਿਆ ਸੀ ਕਿ ਗੁਰੂ ਸਾਹਿਬ ਜੀ ਇੱਥੇ ਆਉਣਗੇ। ਰਾਜੇ ਨੇ ਤਾਂ ਆਖਿਆ ਸੀ ਭਾਈ ਮਨਸੁਖ ਜੀ ਨੂੰ, ਵਪਾਰ ਕਰਨ ਗਏ ਸੀ, ਵੀ ਤੁਸੀਂ ਆਪਣੀ ਸਾਰੀ ਸਮੱਗਰੀ ਮੈਨੂੰ ਦੇ ਦਿਓ, ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾ ਦਿਓ। ਕਹਿੰਦੇ ਨਹੀਂ, ਇੱਥੇ ਬਹਿ ਕੇ ਯਾਦ ਕਰੋ, ਮਹਾਰਾਜ ਇੱਥੇ ਹੀ ਆ ਜਾਣਗੇ। ਤੇ ਜਦੋਂ ਸਤਿਗੁਰਾਂ ਨੂੰ ਯਾਦ ਕਰਨ ਲੱਗਾ, ਬੜੇ ਪਖੰਡੀ ਦੰਭੀ ਉੱਥੇ ਮਹਾਰਾਜ ਦਾ ਨਾਮ ਲੈ ਕੇ ਨਾ ਪਹੁੰਚ ਗਏ। ਰਾਜੇ ਸ਼ਿਵਨਾਭ ਨੇ ਸਾਰਿਆਂ ਦੀ ਪ੍ਰੀਖਿਆ ਕੀਤੀ, ਕੋਈ ਵੀ ਪਾਰ ਨਾ ਉਤਰਿਆ। ਅਖੀਰ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਏ ਨਾ, ਰਾਜੇ ਸ਼ਿਵਨਾਭ ਦਾ ਇੱਕ ਬਾਗ ਸੀ ਜਿਹੜਾ ਸੁੱਕਾ ਸੀਗਾ, ਤੇ ਜਦੋਂ ਮਹਾਰਾਜ ਨੇ ਬਾਗ ਵਿੱਚ ਚਰਨ ਪਾਏ ਨਾ, ਤੇ ਚਰਨ ਪਾਉਂਦਿਆਂ ਬਾਗ ਹਰਾ ਭਰਾ ਹੋ ਗਿਆ। ਮਾਲੀ ਬੜਾ ਹੈਰਾਨ ਹੋਇਆ, ਦੌੜ ਕੇ ਗਿਆ, ਰਾਜਨ ਤੇਰੇ ਬਾਗ ਵਿੱਚ ਕੋਈ ਇਦਾਂ ਦੇ ਸੰਤ ਆਏ ਜਿਨ੍ਹਾਂ ਦੇ ਚਰਨ ਪਾਉਂਦਿਆਂ ਤੇਰਾ ਬਾਗ ਹਰਾ ਭਰਾ ਹੋ ਗਿਆ। ਸੂਕੇ ਕਾਸ਼ਟ ਹਰਿਆ, ਬਾਣੀ ਦਾ ਜਿਹੜਾ ਬਚਨ ਹੈ ਵੀ ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਜਾਂਦੀਆਂ। ਗੁਰੂ ਅਮਰਦਾਸ ਸਾਹਿਬ ਜੀ ਦਾ ਠੁੱਡਾ ਲੱਗਿਆ ਨਾ ਜਿਸ ਕਿੱਲੀ ਨਾਲ, ਉਹ ਕਿੱਲੀ ਹਰੀ ਭਰੀ ਹੋ ਗਈ। ਕਰੀਰ ਦਾ ਦਰਖਤ ਅੱਜ ਵੀ ਸ਼ਸ਼ੋਭਤ ਹੈ। ਗੁਰਦੁਆਰਾ ਬੇਰ ਸਾਹਿਬ ਜਾਓ, ਦਾਤਣ ਕਰਕੇ ਮਹਾਰਾਜ ਨੇ ਉਸ ਜਗ੍ਹਾ ਤੇ ਦਾਤਣ ਗੱਡੀ ਤੇ ਸਾਧ ਸੰਗਤ ਤੋਂ ਦਾਤਣ ਉਗ ਪਈ। ਸੁੱਕੇ ਦਰਖਤਾਂ ਨਾਲ 10ਵੇਂ ਪਾਤਸ਼ਾਹ ਨੇ ਘੋੜਾ ਬੰਨਿਆ ਤੇ ਉਹ ਦਰਖਤ ਵੀ ਹਰੇ ਭਰੇ ਹੋ ਗਏ। ਇਸ ਤਰ੍ਹਾਂ ਹਰਿਆਂ ਨੂੰ ਸੁਕਾਉਣ ਵਾਲਾ, ਸੁੱਕਿਆਂ ਨੂੰ ਹਰਾ ਕਰਨ ਵਾਲਾ, ਜਿਹੜੇ ਵੱਧ ਗਏ ਉਹਨਾਂ ਨੂੰ ਘਟਾਉਣ ਵਾਲਾ, ਘਟਿਆਂ ਨੂੰ ਵਧਾਉਣ ਵਾਲਾ, ਖਾਲੀਆਂ ਨੂੰ ਭਰ ਦੇਣ ਵਾਲਾ ਤੇ ਭਰਿਆਂ ਨੂੰ ਖਾਲੀ ਕਰਨ ਵਾਲਾ ਹੈ। ਜਗ ਜੀਵ ਜਿਤੇ ਜਲ ਅੰਗ ਥਲ ਅੰਗ। ਸਤਿਗੁਰੂ ਕਹਿੰਦੇ ਅਕਾਲ ਪੁਰਖ ਜਗਤ ਵਿੱਚ ਜਿਤਨੇ ਵੀ ਜੀਵ ਨੇ, ਭਾਵੇਂ ਕੋਈ ਜਲ ਵਿੱਚ ਰਹਿੰਦਾ ਹੈ, ਭਾਵੇਂ ਕੋਈ ਥਲ ਧਰਤੀ ਦੇ ਉੱਪਰ ਫਿਰਦਾ ਹੈ। ਅਸ ਕੋ ਜੋ ਤਵਾਇ ਸੁਅੰਗ ਮਲ ਅੰਗ। ਇਹੋ ਜਿਹਾ ਕਿਹੜਾ ਹੈ ਜਿਹੜਾ ਤੁਹਾਡੀ ਆਗਿਆ ਨੂੰ ਮਲ ਦੇਵੇ, ਭਾਵ ਤੁਹਾਡੀ ਆਗਿਆ ਨੂੰ ਮੋੜ ਦੇਵੇ। ਭਾਵ ਜਗਤ ਅੰਦਰ ਕਿਸੇ ਅੰਦਰ ਸਮਰੱਥਾ ਨਹੀਂ ਕਿ ਕੋਈ ਤੁਹਾਡੇ ਹੁਕਮ ਨੂੰ ਮੋੜ ਸਕੇ। ਘਟ ਭਾਦਵ ਮਾਸ ਕੀ ਜਾਣ ਸੁਪਨ। ਜਿਸੇ ਪ੍ਰਕਾਰ ਭਾਦਰੋਂ ਦੇ ਮਹੀਨੇ ਦੇ ਵਿੱਚ ਆਕਾਸ਼ ਵਿੱਚ ਕਾਲੀਆਂ ਘਟਾਂ ਚੜ ਕੇ ਆਉਂਦੀਆਂ ਹਨ, ਤਨ ਸਾਵਰੇ ਰਾਵਰੇ ਅੰਗ ਹੁਲ ਸੰਗ। ਕਹਿੰਦੇ ਉਸੇ ਪ੍ਰਕਾਰ ਕਾਲੀ ਘਟਾ ਦੇ ਵਾਂਗੂ ਆਪ ਜੀ ਦਾ ਸਾਵਲੇ ਰੰਗ ਦਾ ਤਨ ਸਰੀਰ ਹੈ ਨਾ, ਉਹ ਚਮਕਾ ਮਾਰਦਾ ਹੈ। ਰਦ ਪੰਗਤ ਦਾਮਨੀ ਅੰਗ ਦਮਕੰ। ਜਿਸ ਪ੍ਰਕਾਰ ਕਾਲੀਆਂ ਘਟਾਵਾਂ ਦੇ ਵਿੱਚ ਬਿਜਲੀ ਚਮਕਦੀ ਹੈ, ਇਦਾਂ ਤੁਹਾਡੇ ਮੁਖ ਦੇ ਵਿੱਚ ਤੁਹਾਡੇ ਦੰਦ ਚਮਕਦੇ ਹਨ। ਤਨ ਘੁੰਗਰ ਕੰਠ ਸੁਰੰਗ ਕਮਕੰ। ਆਕਾਸ਼ ਵਿੱਚ ਜੈਸੇ ਬਿਜਲੀ ਗਰਜਦੀ ਹੈ, ਇਸੇ ਪ੍ਰਕਾਰ ਘੰਟ ਨਾਮ ਘੰਟੇ ਦਾ, ਘੜਿਆਲ ਦਾ
ਉਲਟਾ। ਇਸੇ ਪ੍ਰਕਾਰ ਜਿਹੜੇ ਘੁੰਗਰੂ ਹਨ ਕਹਿੰਦੇ ਜਿਵੇਂ ਉਹਨਾਂ ਦਾ ਨਾਦ ਪੈਦਾ ਹੁੰਦਾ ਹੈ, ਜਾਣੋ ਕਿ ਆਕਾਸ਼ੀ ਬਿਜਲੀ ਗਰਜਦੀ ਹੋਵੇ। ਭੁਜੰਗ ਪ੍ਰਿਆਤ ਛੰਦ ਘਟਾ ਸਾਵਣੰ ਜਾਨ ਸਿਆਮੰ ਸੁਹਾਇੰ। ਜਿਸ ਪ੍ਰਕਾਰ ਸਾਵਣ ਦੀ ਘਟਾ ਕਾਲੇ ਰੰਗ ਦੀ ਆਉਂਦੀ ਚੜ ਕੇ ਮਹਾਰਾਜ ਕਹਿੰਦੇ ਜਾਣੋ ਸਿਆਮੰ ਸੁਹਾਇੰ, ਇਸੇ ਪ੍ਰਕਾਰ ਉਹਦਾ ਸਿਆਮ ਰੰਗ ਸ਼ੋਭਾ ਪਾਉਂਦਾ ਹੈ। ਮਣੀ ਨੀਲ ਨਗਯੰ ਲਖੰ ਸੀਸ ਨਿਆਇੰ। ਇਸੇ ਪ੍ਰਕਾਰ ਜਿਵੇਂ ਨੀਲ ਮਣੀਆਂ ਹੁੰਦੀਆਂ ਨੇ, ਨਗ ਹੁੰਦੇ ਨੇ, ਮਹਾਰਾਜ ਕਹਿੰਦੇ ਉਹ ਵੀ ਆਪ ਜੀ ਦੀ ਸ਼ੋਭਾ ਨੂੰ ਵੇਖ ਕੇ ਨਾ ਆਪਣਾ ਸੀਸ ਨਵਾ ਦਿੰਦੇ ਨੇ, ਤੁਹਾਡੀ ਇੰਨੀ ਜ਼ਿਆਦੀ ਸ਼ੋਭਾ ਹੈ। ਮਹਾ ਸੁੰਦਰ ਸਿਆਮੰ ਮਹਾ ਅਬੇਰਾਮੰ। ਤੁਸੀਂ ਬੜੇ ਸੁੰਦਰ ਹੋ, ਤੁਹਾਡਾ ਸਰੀਰ, ਤੁਹਾਡਾ ਰੰਗ, ਤੁਹਾਡਾ ਰੂਪ ਬੜਾ ਸੋਹਣਾ ਹੈ। ਇਹੋ ਜਿਹਾ ਆਪ ਜੀ ਦਾ ਸੁੰਦਰ ਸਰੂਪ ਹੈ ਕਿ ਹੁਸਨਲ ਜਮਾਲ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਕਿ ਹੁਸਨਲ ਚਿਰਾਗ ਹੈ। 2 ਵਾਰੀ ਜਾਪ ਸਾਹਿਬ ਵਿੱਚ ਇਹ ਬਚਨ ਆਉਂਦਾ ਹੈ, ਤੁਸੀਂ ਹੁਸਨ ਦਾ ਸੁੰਦਰਤਾਈ ਦਾ ਚਿਰਾਗ ਹੋ, ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ। ਤੁਹਾਡਾ ਸਰੂਪ ਬੜਾ ਸੁੰਦਰ ਹੈ, ਜਿਹੋ ਜਿਹਾ ਤੁਹਾਡਾ ਸੁੰਦਰ ਰੂਪ ਹੈ ਇਹੋ ਜਿਹਾ ਕਿਸੇ ਦੇ ਵਿੱਚ ਸੁੰਦਰ ਰੂਪ ਨਹੀਂ ਹੈ। ਮਹਾਰੂਪ ਰੂਪੰ ਮਹਾ ਕਾਮ ਕਾਮੰ। ਸੁੰਦਰ ਰੂਪਾਂ ਦੇ ਵਿੱਚੋਂ ਤੁਹਾਡਾ ਰੂਪ ਸਭ ਤੋਂ ਸੁੰਦਰ, ਮਹਾ ਰੂਪ ਵਾਲੇ, ਮਹਾ ਕਾਮ ਕਾਮੰ, ਤੇ ਕਾਮ ਦੇ ਵਿੱਚੋਂ ਆਪ ਜੀ ਸਭ ਤੋਂ ਉੱਤਮ ਕਾਮਨਾਵਾਂ ਵਾਲੇ ਹੋ, ਭਾਵ ਸਭ ਦੀਆਂ ਕਾਮਨਾਵਾਂ ਪੂਰਨ ਕਰਨ ਵਾਲੇ ਹੋ। ਫਿਰੈ ਚੱਕਰ 14 ਪੁਰੀਅੰ ਮਧਿਆਣੰ। ਆਪ ਜੀ ਦਾ ਹੁਕਮ ਰੂਪੀ ਜਿਹੜਾ ਚੱਕਰ ਹੈ 14 ਪੁਰੀਆਂ ਦੇ ਵਿੱਚ ਫਿਰਦਾ ਹੈ। ਇਸੋ ਕੌਣ ਬੀਅੰ ਫਿਰੈ ਆਏ ਸਾਣੰ। ਇਹੋ ਜਿਹਾ ਕੌਣ ਦੂਸਰਾ ਹੈ ਜਿਹੜਾ ਤੁਹਾਡੀ ਆਗਿਆ ਨੂੰ ਮੋੜ ਦੇਵੇ। ਕਹੋ ਕੁੰਟ ਕੋਨੈ ਬਿਖੈ ਭਾਜ ਬਾਚੈ। ਸਤਿਗੁਰੂ ਕਹਿੰਦੇ ਦੱਸੋ ਭਾਈ ਕਿਹੜਾ ਸੰਸਾਰ ਵਿੱਚ ਇਹੋ ਜਿਹਾ ਸਮਰੱਥਾ ਵਾਲਾ ਹੈ ਜਿਹੜਾ ਅਕਾਲ ਪੁਰਖ ਦੀ ਆਗਿਆ ਤੋਂ ਭੱਜ ਜਾਵੇ। ਕੋਈ ਨਹੀਂ ਭੱਜ ਸਕਦਾ ਉਹਦੀ ਆਗਿਆ ਤੋਂ, ਤੇ ਭੱਜ ਕੇ ਜਾਏਗਾ ਵੀ ਕਿੱਥੇ? ਜਿੱਥੇ ਅਕਾਲ ਪੁਰਖ ਦਾ ਹੁਕਮ 14 ਲੋਕਾਂ ਵਿੱਚ ਫਿਰਦਾ ਹੈ, 14 ਲੋਕਾਂ ਤੋਂ ਬਾਹਰ ਕਿੱਥੇ ਭੱਜ ਕੇ ਜਾਏਗਾ? ਜੇ ਭੱਜੇਗਾ ਤੇ ਰਹੇਗਾ ਤੇ 14 ਲੋਕਾਂ ਦੇ ਵਿੱਚ ਹੀ ਨਾ, ਉਹਦਾ ਹੁਕਮ ਤਾਂ ਨਹੀਂ ਨਾ ਟਲ ਸਕਦਾ ਕਦੇ। ਦੁਨੀ ਚੰਦ ਭੱਜਿਆ ਮੌਤ ਤੋਂ, ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਗਿਆ, ਤੇ ਜਦੋਂ ਘਰ ਪਹੁੰਚਿਆ ਤੇ ਅੱਗੇ ਕਾਲ ਨੇ ਫਿਰ ਦੱਸ ਲਿਆ। ਨਾਗ ਜਿਹੜਾ ਸੀ ਥੱਲੇ ਹੀ ਬੈਠਾ ਸੀ, ਉਹਨੇ ਮਾਰਿਆ ਡੰਗ ਤੇ ਦੁਨੀ ਚੰਦ ਦੀ ਫਿਰ ਮੌਤ ਹੋ ਗਈ। ਮਹਾਰਾਜ ਕਲਗੀਧਰ ਜੀ ਨੂੰ ਪਤਾ ਲੱਗਿਆ। ਸਤਿਗੁਰੂ ਕਹਿੰਦੇ ਤਾਂ ਹੀ ਤਾਂ ਅਸੀਂ ਕਹਿੰਦੇ ਸੀ ਵੀ ਜੰਗ ਕਰ ਲੈ, ਹਾਥੀ ਨਾਲ ਲੜ ਲੈ, ਕੁਝ ਕਰਕੇ ਸ਼ਹੀਦ ਹੋ ਜਾ, ਕਮ ਸੇ ਕਮ ਲੋਕ ਤਾਂ ਯਾਦ ਰੱਖਣਗੇ। ਪਰ ਵੇਖੋ ਮਹਾਰਾਜ ਕਹਿੰਦੇ ਕਾਇਰ ਹੋ ਕੇ ਭੱਜ ਗਿਆ, ਤੇ ਜੇ ਬੰਦਾ ਉਹਦੇ ਹੁਕਮ ਤੋਂ ਦੌੜੇ ਤੇ ਦੌੜ ਨਹੀਂ ਸਕਦਾ, ਜਾਏਗਾ ਕਿੱਥੇ ਦੌੜ ਕੇ? ਜਿੱਥੇ ਵੀ ਜਾਏਗਾ ਉੱਥੇ ਜਾ ਕੇ ਉਹਨੇ ਡਸ ਲੈਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਹੋ ਕੁੰਟ ਕੌਨੈ ਬਿਖੈ ਭਾਜ ਬਾਚੈ। ਉਸ ਮਾਲਕ ਦੇ ਹੁਕਮ ਤੋਂ ਭੱਜ ਕੇ ਦੱਸੋ ਕਿਹੜੇ ਕੁੰਟ ਦੇ ਵਿੱਚ ਜੀਵ ਬਚ ਸਕਦਾ ਹੈ। ਸਭੰਗ ਸੀਸ ਕੇ ਸੰਗ ਸ੍ਰੀ ਕਾਲ ਨਾਚੈ। ਸਾਰਿਆਂ ਦੇ ਸੀਸ ਦੇ ਉੱਪਰ ਜਿਹੜਾ ਕਾਲ ਹੈ ਨਾ, ਸ੍ਰੀ ਸ਼੍ਰੋਮਣੀ, ਉਹ ਨੱਚਦਾ ਹੈ। ਚੋਟੀ ਕਾਲ ਗਹੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਡੇ ਸੀਸ ਦੀ ਜਿਹੜੀ ਚੋਟੀ ਹੈ ਨਾ, ਇਹ ਕਾਲ ਨੇ ਪਕੜੀ ਹੋਈ ਆ। ਕਾਲ ਸਾਡੇ ਸਿਰ ਤੇ ਹਰ ਵਕਤ ਨੱਚਦਾ ਰਹਿੰਦਾ ਹੈ। ਕਰੇ ਕੋਟ ਕੋ ਤਰੇ ਕੋਟ ਓਟੰ। ਭਾਵੇਂ ਕੋਈ ਮਨੁੱਖ ਕਰੋੜਾਂ ਪ੍ਰਕਾਰ ਦੇ ਉਪਾਵ ਕਰਕੇ ਕਿਸੇ ਪ੍ਰਕਾਰ ਦੀ ਓਟ ਧਾਰਨ ਕਰ ਲਵੇ, ਬਚੈ ਗੋ ਨਾ ਕਿਉ ਹੂੰ ਕਰੈ ਕਾਲ ਚੋਟੰ। ਜਦੋਂ ਕਾਲ ਨੇ ਚੋਟ ਕਰਨੀ ਹੈ ਨਾ, ਫਿਰ ਨਹੀਂ ਮਨੁੱਖ ਬਚ ਸਕਦਾ। ਭਾਵੇਂ ਕੋਈ ਕਿਸੇ ਚੀਜ਼ ਦਾ ਕਰੋੜਾਂ ਪ੍ਰਕਾਰਾਂ ਦਾ ਆਸਰਾ ਲੈ ਲਵੇ, ਭਾਵੇਂ ਕੋਈ ਮਨੁੱਖ ਕਰੋੜਾਂ ਪ੍ਰਕਾਰਾਂ ਦੀਆਂ ਜੁਗਤੀਆਂ ਅਪਣਾ ਲਏ, ਜਦੋਂ ਕਾਲ ਨੇ ਆ ਕੇ ਚੋਟ ਕਰਨੀ ਫਿਰ ਨਹੀਂ ਕੋਈ ਬਚ ਸਕਦਾ। ਯੂਨਾਨ ਦੇ ਬਾਦਸ਼ਾਹ ਦਾ ਮੰਤਰੀ ਸੀ ਅਫਲਾਤੂਨ। ਜਦੋਂ ਪਤਾ ਲੱਗਿਆ ਮੌਤ ਆਉਣੀ, ਤੇ ਕਹਿੰਦੇ ਅਫਲਾਤੂਨ ਨੇ ਆਪਣੇ ਵਰਗੇ ਕਈ ਅਫਲਾਤੂਨ ਬਣਾ ਲਏ, ਮੌਤ ਨੂੰ ਵੀ ਧੋਖਾ ਦੇ ਦਿੱਤਾ। ਮੌਤ ਧਰਮਰਾਜ ਕੋਲ ਜਾ ਕੇ ਕਹਿੰਦੀ ਵੀ ਉੱਥੇ ਤੇ ਕਈ ਅਫਲਾਤੂਨ ਖਲੋਤੇ ਨੇ, ਲਿਆਵਾਂ ਕਿਹਨੂੰ ਲੈ ਕੇ ਆਵਾਂ? ਉਹਨੇ ਆਖਿਆ ਵੀ ਮਹਿਮਾ ਕਰੀ, ਆਪੇ ਹੀ ਬੋਲ ਪੈਣਾ, ਕਿਸੇ ਦੀ ਨਿੰਦਿਆ ਕਰੀ ਜਾਈ, ਕਿਸੇ ਦੀ ਮਹਿਮਾ ਕਰੀ ਜਾਏ। ਹੁਣ ਉਹਨੇ ਜਿੰਨੇ ਵੀ ਬੁੱਤ ਜੇ ਬਣਾਏ ਸਨ, ਤੇ ਕਾਲ ਆ ਕੇ ਆਖਦਾ ਵੀ ਉਂਝ ਤਾਂ ਬੜਾ ਸੋਹਣਾ, ਵੀ ਨੱਕ ਜਿਹਾ ਟੇਢਾ ਹੈ, ਆਖਣਾ ਵੀ ਉਂਝ ਬੜਾ ਸੋਹਣਾ, ਇਹਦੇ ਕੰਨ ਨਹੀਂ ਚੰਗੇ, ਇਹਦੀਆਂ ਬਾਹਾਂ ਨਹੀਂ ਠੀਕ, ਇਹਦੀਆਂ ਲੱਤਾਂ ਨਹੀਂ ਠੀਕ। ਤੇ ਉਹ ਜਿਹੜਾ ਅਸਲੀ ਵਿੱਚ ਖਲੋਤਾ ਸੀ ਨਾ, ਜਦੋਂ ਉਹਦੇ ਕੋਲ ਆਈ, ਕਹਿੰਦੇ ਹੋਰ ਤਾਂ ਸਾਰਾ ਕੁਝ ਠੀਕ ਹੈ, ਅੱਖਾਂ ਨਹੀਂ ਠੀਕ ਇਹਦੀਆਂ। ਕਹਿੰਦਾ ਠੀਕ ਤਾਂ ਹੈ। ਕਹਿੰਦੇ ਬਸ ਆ ਜਾ, ਤੇਰੀ ਉਡੀਕ ਸੀ, ਤੈਨੂੰ ਹੀ ਲੈਣ ਵਾਸਤੇ ਆਈ ਸੀ। ਮੌਤ ਨੇ ਮਾਰਿਆ ਝਪਟਾ ਤੇ ਅਫਲਾਤੂਨ ਪਾਰ ਬੁਲਾ ਦਿੱਤਾ।
ਯੂਨਾਨ ਦੇ ਬਾਦਸ਼ਾਹ ਦਾ ਮੰਤਰੀ ਸੀ ਅਫਲਾਤੂਨ। ਤੋ ਮਹਾਰਾਜ ਕਹਿੰਦੇ ਭਾਵੇਂ ਕੋਈ ਮਨੁੱਖ ਕਰੋੜਾਂ ਉਪਾਵ ਕਰ ਲਵੇ, ਜਦੋਂ ਕਾਲ ਚੋਟ ਕਰਦਾ ਹੈ ਉਹਦੀ ਚੋਟ ਤੋਂ ਕੋਈ ਬਚ ਨਹੀਂ ਸਕਦਾ। ਲਿਖੰ ਜੰਤਰ ਕੇਤੇ ਪੜੰ ਮੰਤਰ ਕੋਟੰ। ਜਿਹੜਾ ਜੰਤਰ ਹੁੰਦਾ ਹੈ ਉਹ ਲਿਖ ਕੇ ਕੀਤਾ ਜਾਂਦਾ ਹੈ, ਕਾਗਜ਼ਾਂ ਦੇ ਉੱਤੇ ਲਿਖ ਕੇ ਨਾ, ਉਹਨੂੰ ਜੰਤਰ ਕਹਿੰਦੇ ਨੇ। ਬੜੇ ਮਨੁੱਖ ਨੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਲਿਖ ਕੇ ਜੰਤਰ ਕੀਤੇ। ਪੜੰਗ ਮੰਤਰ ਕੋਟੰ, ਇਹੋ ਜਿਹੇ ਵੀ ਹੋਏ ਜਿਨ੍ਹਾਂ ਨੇ ਕਰੋੜਾਂ ਪ੍ਰਕਾਰ ਦੇ ਮੰਤਰ ਜਪੇ ਵੀ ਅਸੀਂ ਕਾਲ ਤੋਂ ਬਚ ਜਾਈਏ। ਬਿਨਾ ਸਰਨ ਤਾਕੀ ਨਹੀਂ ਔਰ ਓਟੰ। ਭਾਵੇਂ ਕੋਈ ਮਨੁੱਖ ਕਰੋੜਾਂ ਜੰਤਰ ਲਿਖ ਲਵੇ ਤੇ ਕਰੋੜਾਂ ਮੰਤਰ ਪੜ੍ਹ ਲਵੇ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਓਟ ਤੋਂ ਬਿਨਾ, ਉਹਦੀ ਸ਼ਰਨ ਤੋਂ ਬਿਨਾ ਕਾਲ ਤੋਂ ਬਚਣ ਦਾ ਹੋਰ ਕੋਈ ਉਪਾਅ ਨਹੀਂ। ਇੱਕ ਵਾਹਿਗੁਰੂ ਦੀ ਸ਼ਰਨ ਹੀ ਹੈ, ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਉਹ ਕਾਲ ਤੋਂ ਬਚ ਜਾਂਦਾ ਹੈ। ਲਿਖੰ ਜੰਤਰ ਥਾਕੇ ਪੜੰ ਮੰਤਰ ਹਾਰੇ। ਅਨੇਕਾਂ ਹੀ ਲੋਕ ਜੰਤਰ ਲਿਖ ਕੇ ਥੱਕ ਗਏ ਤੇ ਮੰਤਰ ਪੜਨ ਵਾਲੇ ਮੰਤਰ ਪੜ ਕੇ ਹਾਰ ਗਏ ਹਨ। ਕਰੇ ਕਾਲ ਤੇ ਅੰਤ ਲੈ ਕੇ ਵਿਚਾਰੇ। ਅੰਤ ਨੂੰ ਕਾਲ ਨੇ ਲੈ ਕੇ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ, ਉਹ ਵਿਚਾਰੇ ਕਾਲ ਦੇ ਹੱਥੋਂ ਮਾਰੇ ਗਏ। ਉਹਨਾਂ ਦੇ ਪੜ੍ਹੇ ਮੰਤਰ ਤੇ ਲਿਖੇ ਜੰਤਰ ਸਭ ਵਿਅਰਥ ਹੋ ਗਏ। ਜਦੋਂ ਏਮਨਾਬਾਦ ਦੀ ਧਰਤੀ ਤੇ ਬਾਬਰ ਚੜ੍ਹ ਕੇ ਆਇਆ ਨਾ, ਜਿੰਨੇ ਕਾਜੀ ਬੁਲਾਣੇ ਸਨ ਕਹਿੰਦੇ ਆ ਲੈਂਦੋ ਬਾਬਰ ਨੂੰ, ਅਸੀਂ ਉਹਨਾਂ ਦੀਆਂ ਜਿਹੜੀਆਂ ਬੰਦੂਕਾਂ ਨੇ ਨਾ ਉਹਨਾਂ ਦੇ ਸ਼ਸਤਰ ਬੰਨ੍ਹ ਦਿਆਂਗੇ। ਤੇ ਜਦੋਂ ਸਾਧ ਸੰਗਤ ਜੀ ਬਾਬਰ ਨੇ ਹਮਲਾ ਕੀਤਾ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਬਚਨ ਲਿਖਿਆ ਵੀ ਜਿਹੜੀਆਂ ਬੰਦੂਕਾਂ ਉਹ ਬੰਨਣ ਦੀ ਗੱਲ ਕਰਦੇ ਸਨ ਨਾ, ਅਕਾਲ ਪੁਰਖ ਨੇ ਇਹੋ ਜਿਹੀ ਕਲਾ ਵਰਤਾ ਦਿੱਤੀ, ਉਹਨਾਂ ਦੀਆਂ ਬੰਦੂਕਾਂ ਉਹਨਾਂ ਦੇ ਹੱਥਾਂ ਵਿੱਚ ਹੀ ਚੱਲ ਗਈਆਂ, ਉਹਨਾਂ ਵੱਲ ਹੀ। ਉਹ ਕੁਝ ਨਾ ਕਰ ਸਕੇ, ਕਿਸੇ ਦੇ ਸ਼ਸਤਰ ਨਾ ਬੰਨ੍ਹ ਸਕੇ, ਬਾਬਰ ਦੀਆਂ ਤੋਪਾਂ ਨੂੰ ਰੋਕ ਨਾ ਸਕੇ, ਬੰਦੂਕਾਂ ਨੂੰ ਰੋਕ ਨਾ ਸਕੇ। ਉਹਨਾਂ ਦੀਆਂ ਬੰਦੂਕਾਂ ਉਹਨੀ ਹਸਤ ਚੜਾਈ, ਉਹਨਾਂ ਦੇ ਹੱਥਾਂ ਵਿੱਚ ਹੀ ਚਲਾ ਦਿੱਤੀਆਂ ਪਰਮੇਸ਼ਰ ਨੇ, ਸਭ ਮਾਰੇ ਗਏ। ਉਹ ਵਿਚਾਰੇ ਮੰਤਰ ਪੜ੍ਹਦੇ ਹੀ ਰਹਿ ਗਏ, ਮੰਤਰ ਚੱਲਿਆ ਨਹੀਂ ਉਹਨਾਂ ਦਾ ਕੋਈ। ਤੋ ਕਹਿਣ ਤੋਂ ਭਾਵ ਹੈ ਕਿ ਕਈ ਮੰਤਰ ਪੜ੍ਹਦੇ ਹਾਰ ਗਏ ਤੇ ਕਈ ਜੰਤਰ ਲਿਖਦੇ ਥੱਕ ਗਏ ਹਨ। ਕਿਤੇ ਉਹ ਤੰਤਰ ਸਾਦੇ ਜਨਮੰ ਬਿਤਾਇਓ। ਕਈਆਂ ਨੇ ਤੰਤਰ ਸਾਧਦਿਆਂ ਜਨਮ ਬਿਤਾ ਦਿੱਤਾ। ਤੰਤਰ ਕਿਹੜਾ ਹੁੰਦਾ ਹੈ? ਆ ਜਿਹੜੀਆਂ ਰੱਸੀਆਂ ਜੀਆਂ ਗਲਾਂ 'ਚ ਲਟਕਾ ਲੈਂਦੇ ਨੇ ਲੋਕ, ਸਾਡੇ ਸਿੱਖਾਂ ਨੂੰ ਵੀ ਆਦਤ ਪੈ ਗਈ ਅੱਜ ਕੱਲ੍ਹ। ਗਲ ਦੇ ਵਿੱਚ ਧਾਗੇ ਜੇ ਪਾਉਣ, ਗਲ ਪਹਿਲਾਂ ਗਲਾਂ 'ਚ ਪਾਉਂਦੇ ਸੀ, ਫਿਰ ਹੱਥਾਂ ਤੇ, ਹੁਣ ਪੈਰਾਂ ਦੇ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਨੇ ਅੱਜ ਕੱਲ੍ਹ। ਹੁਣ ਸ਼ਾਇਦ ਜਾਂ ਤਾਂ ਧਾਗਾ ਛੋਟਾ ਕਰ ਲਿਆ ਵੀ ਚਲੋ ਗਲ 'ਚ ਥੋੜਾ ਜ਼ਿਆਦਾ ਲੱਗਦਾ ਤੇ ਪੈਰ 'ਚ ਥੋੜਾ ਘੱਟ ਜਿਹਾ ਲੱਗਦਾ ਹੈ। ਇਦਾਂ ਹੀ ਹੈ ਨਾ ਅੱਜ ਦੇ ਸਮੇਂ ਦੇ ਵਿੱਚ। ਮਹਾਰਾਜ ਨੇ ਰਹਿਤਨਾਮਿਆਂ ਵਿੱਚ ਬਕਾਇਦਾ ਬਚਨ ਆਖਿਆ ਵੀ ਮੇਰਾ ਸਿੱਖ ਕੋਈ ਧਾਗਾ ਤਵੀਤ ਨਾ ਪਹਿਨੇ, ਇਹਨੂੰ ਤੰਤਰ ਕਹਿੰਦੇ ਨੇ। ਜੰਤਰ ਲਿਖਿਆ ਜਾਂਦਾ, ਮੰਤਰ ਪੜਿਆ ਜਾਂਦਾ, ਤੰਤਰ ਧਾਗੇ ਨੂੰ ਕਹਿੰਦੇ, ਜਿਹੜਾ ਧਾਗਾ ਤਵੀਤ ਆਦਿਕ ਹੁੰਦਾ ਹੈ। ਗਲੇ ਤੋਂ ਹੱਥਾਂ ਦੇ ਵਿੱਚ ਤੇ ਹੱਥਾਂ 'ਚੋਂ ਪੈਰਾਂ ਦੇ ਵਿੱਚ ਆ ਗਏ ਅੱਜ ਕੱਲ੍ਹ ਪੈਰਾਂ ਵਿੱਚ ਬੰਨ੍ਹਦੇ ਨੇ। ਖੈਰ ਅੱਜ ਦਾ ਸਮਾਂ ਜਾਂ ਮਾਡਰਨ ਜ਼ਮਾਨਾ ਵੀ ਚਲੋ ਗਲੇ 'ਚ ਸੋਹਣਾ ਨਹੀਂ ਲੱਗਦਾ, ਪੈਰ 'ਚ ਜ਼ਿਆਦਾ ਸੋਹਣਾ ਲੱਗਦਾ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਇਹੋ ਜਿਹੇ ਜਿਹੜੇ ਤੰਤਰ ਸਾਧੇ, ਕਿਤੇ ਉਹ ਤੰਤਰ ਸਾਧੇ ਜਨਮੰ ਬਤਾਇਓ। ਕਈਆਂ ਨੇ ਤੰਤਰ ਸਾਧਦੇ ਆਪਣਾ ਸਾਰਾ ਜਨਮ ਹੀ ਬਤੀਤ ਕਰ ਦਿੱਤਾ ਹੈ। ਭਏ ਫੋਕਟ ਕਾਜ ਇਹ ਕਹਿ ਨਾ ਆਇਓ। ਇਹਨਾਂ ਦੇ ਕੀਤੇ ਹੋਏ ਕਰਮ ਸਾਰੇ ਫੋਕਟ ਹੋ ਗਏ, ਇੱਕ ਵੀ ਕਰਮ ਇਹਨਾਂ ਦੇ ਕੰਮ ਨਹੀਂ ਆਇਆ ਜਿਸ ਦਿਨ ਕਾਲ ਨੇ ਚੋਟ ਮਾਰ ਦਿੱਤੀ ਹੈ। ਕਿਤੇ ਨਾਸ ਮੁੰਦਾ ਭਏ ਬ੍ਰਹਮਚਾਰੀ। ਕਈਆਂ ਨੇ ਨਾਸਾਂ ਬੰਦ ਕਰ ਲਈਆਂ, ਜਿਹੜੇ ਉਹ ਪ੍ਰਣਾਯਾਮ ਨਹੀਂ ਕਰਦੇ, ਕਦੀ ਸੱਜੀ ਕਦੇ ਖੱਬੀ ਬੰਦ ਕਰ ਲੈਂਦੇ ਯੋਗ ਸਾਧਦੇ, ਕਈ ਨਾਸਾਂ ਬੰਦ ਕਰਦੇ ਰਹਿ ਗਏ। ਭਏ ਬ੍ਰਹਮਚਾਰੀ, ਤੇ ਕਈ ਬ੍ਰਹਮਚਾਰੀ ਬਣ ਗਏ ਵੀ ਅਸੀਂ ਵਿਆਹ ਨਹੀਂ ਕਰਾਉਣਾ, ਤੇ ਘਰ-ਬਾਰ ਛੱਡ ਕੇ ਉਹ ਬ੍ਰਹਮਚਾਰੀ ਬਣ ਗਏ। ਕਿਤੇ ਕੰਠ ਕੰਠੀ ਜਟਾ ਸੀਸ ਧਾਰੀ। ਕਿਸੇ ਨੇ ਗਲ ਦੇ ਵਿੱਚ ਕੰਠੀਆਂ ਪਹਿਨ ਲਈਆਂ। ਮਹਾਰਾਜ ਕਹਿੰਦੇ ਕਈਆਂ ਨੇ ਸਿਰ ਤੇ ਜਟਾਵਾਂ ਰੱਖ ਲਈਆਂ। ਇੱਕ ਤਾਂ ਹੁੰਦੇ ਨਾ ਵੀ ਜਿਨ੍ਹਾਂ ਦੀਆਂ ਜਟਾਵਾਂ ਬਚਪਨ ਤੋਂ ਹੁੰਦੀਆਂ ਨੇ, ਤੇ ਜਿਨ੍ਹਾਂ ਦੀਆਂ ਨਹੀਂ ਸਨ ਬਣਦੀਆਂ ਉਹ ਕੀ ਕਰਦੇ ਸਨ ਵੀ ਜਿਹੜਾ ਬੋੜ ਦਾ ਦਰਖਤ ਹੁੰਦਾ ਨਾ, ਉਹਦੇ ਵਿੱਚੋਂ ਚਿੱਟੇ ਰੰਗ ਦਾ ਇੱਕ ਪਾਣੀ ਜਿਹਾ ਦੁੱਧ ਜਿਹਾ ਨਿਕਲਦਾ ਆ, ਉਹ ਲੈ ਕੇ ਤੇ ਕੇਸਾਂ ਨੂੰ ਲਾ ਕੇ ਤੇ ਉਹਦੀਆਂ ਜਟਾਵਾਂ ਬਣਾ ਲੈਂਦੇ ਸਨ। ਮਹਾਰਾਜ ਨੇ ਕਹਿੰਦੇ, ਮਹਾਰਾਜ ਸਾਹਿਬ ਜੀ ਕਹਿੰਦੇ ਕਈਆਂ ਨੇ ਇਸੇ ਤਰ੍ਹਾਂ ਆਪਣੀਆਂ ਜਟਾਵਾਂ ਸੀਸ ਦੇ ਉੱਪਰ ਬਣਾ ਕੇ ਧਾਰਨ ਕਰ ਲਈਆਂ। ਕਿਤੇ ਚੀਰ ਕਾਨੰ ਜੋਗੀ ਸੰਕਹਾਯੰ। ਕਈਆਂ ਨੇ ਆਪਣੇ ਕੰਨ ਪੜਵਾ ਲਏ ਤੇ ਆਪਣੇ ਆਪ ਨੂੰ ਯੋਗੀ ਕਹਾਣ ਲੱਗ ਪਏ। ਸਭੇ ਫੋਕਟੰ ਧਰਮ ਕਾਮੰ ਨਾ ਆਯੰ। ਸਾਹਿਬ ਕਹਿੰਦੇ ਉਹਨਾਂ ਦੇ ਸਾਰੇ ਕਰਮ ਜਿਹੜੇ ਫੋਕਟ ਹੋ ਗਏ, ਇੱਕ ਵੀ ਇਹਨਾਂ ਦਾ ਧਰਮ
ਧਰਮ ਦਾ ਕੀਤਾ ਹੋਇਆ ਕਰਮ ਕੰਮ ਨਹੀਂ ਆਇਆ। ਕਿਉਂ? ਕਿਉਂਕਿ ਜਿਹੜੇ ਕੰਮ ਕਰਦੇ ਰਹੇ ਉਹ ਧਰਮ ਦੇ ਕਰਮ ਹੀ ਨਹੀਂ ਸਨ। ਕੀ ਸੀ? ਉਹ ਭਰਮ ਸੀਗਾ। ਕੇਵਲ ਕਰਮ ਭਰਮ ਸੇ ਚੀਨੋ, ਜਿਹੜੇ ਕਰਮ ਵਾਕਿਆ ਹੀ ਧਰਮ ਦੇ ਨਹੀਂ, ਜਿਹੜੇ ਕਰਮ ਧਰਮ ਦੇ ਨਾਲ ਸੰਬੰਧ ਨਹੀਂ ਰੱਖਦੇ, ਉਹਨੂੰ ਭਰਮ ਕਰਕੇ ਜਾਣੋ, ਉਹ ਤੁਹਾਡਾ ਭਰਮ ਹੈ। ਕੰਨਾਂ ਨੂੰ ਪਾੜਨਾ, ਸਿਰਾਂ ਦੇ ਉੱਪਰ ਜਟਾਵਾਂ ਰੱਖ ਲੈਣੀਆਂ, ਗਲ ਵਿੱਚ ਕੰਠੀਆਂ ਪਾ ਲੈਣੀਆਂ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੰਤਰ ਮੰਤਰ ਤੰਤਰ ਆਦਿਕ ਸਾਧਦੇ ਰਹਿਣਾ, ਇਹ ਕੇਵਲ ਤੁਹਾਡਾ ਭਰਮ ਹੈ। ਧਰਮ ਕਰਮ ਅਨੁਰਾਗੋ, ਜੇ ਪ੍ਰੇਮ ਕਰਨਾ ਹੈ ਤੇ ਧਰਮ ਦੇ ਕਰਮ ਨਾਲ ਪ੍ਰੇਮ ਕਰੋ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਆਹੀ ਅਸਲੀ ਧਰਮ ਹੈ, ਨਾਮ ਜਪਣਾ। ਜਿਹਨੇ ਨਾਮ ਜਪਿਆ ਕਿਸੇ ਵੀ ਮਜਹਬ ਨਾਲ ਉਹ ਸੰਬੰਧ ਰੱਖਦਾ, ਉਹ ਤਰ ਗਿਆ ਸੰਸਾਰ ਤੋਂ। ਇਸ ਕਰਕੇ ਸਭੇ ਫੋਕਟੰ ਧਰਮ ਕਾਮੰਗ ਨਾ ਆਇਓ, ਉਹਨਾਂ ਦੇ ਕੀਤੇ ਹੋਏ ਇਹ ਫੋਕਟ ਦੇ ਕਰਮ ਕਿਸੇ ਵੀ ਕੰਮ ਨਹੀਂ ਆਏ। ਮਦ ਕੀਟ ਬੰਗ ਰਾਚ ਸੇ ਬਲੀਅੰ, ਅਸੀਂ ਕੀ ਹਾਂ, ਸਾਡੀ ਕੀ ਸਮਰੱਥਾ ਜਾਂ ਕਹਿ ਲੋ ਔਕਾਤ ਹੈ। ਇਸ ਧਰਤੀ ਤੇ ਮਦ ਤੇ ਕੀਟਵ ਵਰਗੇ ਰਾਖਸ਼ ਹੋਏ, ਜਿਨ੍ਹਾਂ ਨੇ ਕਈ ਹਜ਼ਾਰ ਬਰਖ ਭਗਵਾਨ ਨਾਲ ਜੰਗ ਕੀਤਾ। ਕਹਿੰਦੇ ਇਹੋ ਜੇ ਬਲੀ ਰਾਖਸ਼ ਹੋਏ ਹਨ। ਸਮੇਂ ਆਪਨੀ ਕਾਲ ਤੇ ਉਦਲੀਅੰ, ਇੱਕ ਸਮਾਂ ਆਇਆ ਕਾਲ ਨੇ ਇਹਨਾਂ ਨੂੰ ਵੀ ਦਲ ਦਿੱਤਾ, ਮਦ ਤੇ ਕੈਟਵ ਵਰਗੇ ਰਾਖਸ਼ਾਂ ਨੂੰ ਵੀ ਮਾਰ ਦਿੱਤਾ ਹੈ। ਭਏ ਸੁੰਭ ਨੈ ਸੁੰਭ ਸ੍ਰੋਣੰਤ ਬੀਜੰ, ਸੁੰਭ ਤੇ ਨਸੁੰਭ ਦੋ ਭਰਾ ਹੋਏ ਮੈਦਾਨੇ ਜੰਗ ਅੰਦਰ। ਉਹਨਾਂ ਨੇ ਆ ਕਰਕੇ ਦੇਵੀ ਦੁਰਗਾ ਨਾਲ ਜੰਗ ਕੀਤਾ। ਜਿਹੜਾ ਚੰਡੀ ਦੀ ਵਾਰ ਦਾ ਨਕਸ਼ਾ ਬਣਿਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਤੇ ਸਾਡਿਆਂ ਨੇ ਉਹ ਲਿਆ ਕੇ ਤੇ ਦੇਵੀ ਨਾਲ ਜੋੜ ਦਿੱਤੀ। ਉਹਦੇ ਵਿੱਚ ਮਹਾਰਾਜ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ, ਤੈਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ਼ ਕਰਾਇਆ। ਦੁਰਗਾ ਨੂੰ ਸਾਜਣ ਵਾਲਾ ਵੀ ਵਾਹਿਗੁਰੂ ਤੂੰ ਹੈ, ਤੂੰ ਦੁਰਗਾ ਦੇ ਹੱਥੋਂ ਦੈਤ ਮਰਵਾ ਦਿੱਤੇ। ਰਾਜਾ ਜਦੋਂ ਜੰਗ ਕਰਦਾ ਨਾ, ਫੌਜ ਨੂੰ ਹੀ ਭੇਜਦਾ, ਇੱਕ ਸੈਨਾਪਤੀ ਬਣਾ ਦਿੰਦਾ, ਬਾਕੀ ਫੌਜ ਹੁੰਦੀ ਹੈ ਜਾ ਕੇ ਲੜਦੀ ਹੈ ਨਾ ਫੌਜ। ਤੇ ਪਰਮੇਸ਼ਰ ਨੇ ਵੀ ਫੌਜ ਬਣਾਈ ਹੈ, ਉਹ ਕਿਸੇ ਪਾਸੇ ਦੁਸ਼ਟ ਦਮਨ ਨੂੰ ਭੇਜ ਦਿੰਦਾ, ਅਕਾਲ ਪੁਰਖ ਹੁਕਮ ਕਰਕੇ ਵੀ ਜਾਓ ਦੁਸ਼ਟਾਂ ਦਾ ਘਾਤ ਕਰੋ। ਕਿਸੇ ਪਾਸੇ ਇਸ ਧਰਤੀ ਦੇ ਉੱਪਰ ਬਲੀ ਯੋਧੇ ਭੇਜ ਦਿੰਦਾ, ਕਿਸੇ ਪਾਸੇ ਉਹ ਦੇਵੀ ਦੇ ਰੂਪ ਵਿੱਚ ਕਿਸੇ ਨੂੰ ਭੇਜ ਦਿੰਦਾ। ਮਰਜ਼ੀ ਤਾਂ ਉਹਦੀ ਹੈ ਨਾ, ਉਹਨੇ ਕਿਹਨੂੰ ਥਾਪਣਾ ਤੇ ਕਿਹਦੀ ਡਿਊਟੀ ਲਾਉਣੀ ਹੈ। ਅਸੀਂ ਕੌਣ ਆ ਕਿ ਅਸੀਂ ਉਹਨੂੰ ਸਲਾਹ ਦਈਏ ਕਿ ਤੂੰ ਬੀਬੀ ਨਹੀਂ ਭੇਜਣੀ ਮੈਦਾਨੇ ਜੰਗ ਦੇ ਅੰਦਰ, ਵੀ ਕੇਵਲ ਭਾਈ ਭੇਜਣਾ, ਕੋਈ ਦੇਵਤਾ ਹੀ ਭੇਜਣਾ। ਉਹਦੀ ਮਰਜ਼ੀ, ਜਿਹਨੂੰ ਮਰਜ਼ੀ ਭੇਜ ਦੇ, ਤੇ ਜਿਹੜਾ ਮਰਜ਼ੀ ਨਾਂ ਦੇ ਦੇ, ਉਹ ਮਾਲਕ ਹੈ ਨਾ ਸਾਰੀ ਸ੍ਰਿਸ਼ਟੀ ਦਾ। ਇਸ ਵਾਸਤੇ ਜਿਹੜੀ ਜੰਗ ਦੀ ਦੇਵੀ ਉਹ ਖੜਗ ਹੈ, ਤਲਵਾਰ ਹੈ, ਜਿਹਨੂੰ ਦੁਰਗਾ ਕਹਿੰਦੇ ਨੇ। ਦੁਰ ਨਾਮ ਕਿਲੇ ਦਾ ਵੀ ਹੁੰਦਾ, ਦੁਰਗ ਨਾਮ ਕਿਲੇ ਦਾ ਵੀ ਹੁੰਦਾ ਹੈ। ਜੋ ਕਿਲਿਆਂ ਨੂੰ ਵੀ ਭੰਨਣ ਵਾਲੀ ਹੈ ਉਹਨੂੰ ਦੁਰਗਾ ਕਹਿੰਦੇ ਨੇ। ਤੋਪ ਜਿਹੜੀ ਹੈ ਉਹ ਵੱਡੇ ਵੱਡੇ ਕਿਲਿਆਂ ਨੂੰ ਨਸ਼ਟ ਕਰ ਦਿੰਦੀ ਹੈ। ਦੁਰਗਾ, ਦੁਰ ਨਾਮ ਬੁਰੇ ਦਾ, ਗਾ ਨਾਮ ਗਾਣ ਵਾਲੀ, ਜੋ ਬੁਰਿਆਂ ਦਾ ਨਾਸ਼ ਕਰਦੀ ਹੈ, ਉਹਨੂੰ ਖੜਗ ਦੁਰਗਾ ਕਹਿੰਦੇ ਨੇ। ਤਲਵਾਰ ਜਿਹੜੀ ਬੁਰਿਆਂ ਦਾ ਨਾਸ਼ ਕਰਨ ਵਾਲੀ, ਤਲਵਾਰ ਦਾ ਨਾਮ ਦੁਰਗਾ ਹੈ। ਇੱਕ ਸ਼ਕਤੀ ਹੈ ਜਿਹਨੂੰ ਚੰਡੀ ਕਹਿੰਦੇ ਨੇ, ਜਿਹਨੇ ਚੰਡ ਨਾਮ ਦੇ ਦੈਂਤ ਨੂੰ ਮਾਰਿਆ, ਚੰਡ ਨਾਮ ਦੇ ਦੈਂਤ ਨੂੰ ਮਾਰਨੇ ਕਰਕੇ ਉਹਦਾ ਨਾਮ ਚੰਡੀ ਪੈ ਗਿਆ। ਤੇ ਅਸੀਂ ਜਿਹੜੇ ਨਾਵਾਂ ਦੀ ਗਲਤ ਵਰਤੋਂ ਕਰਕੇ ਤੇ ਦੇਵੀ ਨਾਲ ਜੋੜ ਦਿੱਤਾ ਜੀ। ਹਰ ਇੱਕ ਸ਼ਬਦ ਉਹਦਾ ਅਰਥ ਜਦੋਂ ਕੋਸ਼ਾਂ ਵਿੱਚ ਜਾ ਕੇ ਵੇਖੋ, ਫਿਰ ਉਹਦੇ ਅਰਥ ਖੁੱਲਦੇ ਨੇ ਵੀ ਇਹਨਾਂ ਚੀਜ਼ਾਂ ਦਾ ਮਤਲਬ ਕੀ ਹੈ। ਮਹਾਰਾਜ ਜੀ ਕਹਿੰਦੇ ਨੇ, ਸੁੰਭ ਨਸੁੰਭ ਪਠਾਇਆ ਜਮ ਦੇ ਧਾਮ ਨੂੰ। ਸੁੰਭ ਤੇ ਨਸੁੰਭ ਜਿਹੜੇ ਦੋਨੇ ਮਾਰ ਕੇ ਜਮ ਦੇ ਘਰ ਭੇਜ ਦਿੱਤੇ। ਤੇ ਇੱਕ ਸਰੌਣਤ ਬੀਜ ਦੈਂਤ ਸੀਗਾ। ਇਹ ਦੈਂਤ ਜਿਹੜਾ ਸੀ ਸੁੰਭ ਤੇ ਨਸੁੰਭ ਦੀ ਫੌਜ ਵਿੱਚ ਸੀਗਾ। ਤੇ ਜਦੋਂ ਸਾਧ ਸੰਗਤ ਜੀ ਹੋਰ ਦੈਂਤ ਮਾਰੇ ਗਏ ਮਹਿਖਾਸੁਰ ਵਰਗੇ, ਤੇ ਫਿਰ ਉਹਨੇ ਰਕਤ ਬੀਜ ਭੇਜਿਆ। ਰਕਤ ਬੀਜ ਵੀ ਇਹ ਸਰੋਣਤ ਬੀਜ ਨੂੰ ਕਹਿੰਦੇ। ਸਰੋਣਤ ਵੀ ਲਹੂ, ਰਕਤ ਦਾ ਆਖਰੀ ਅਰਥ ਵੀ ਲਹੂ ਹੈ। ਉਹ ਜਦੋਂ ਉਹਦੇ ਸਰੀਰ ਤੇ ਸ਼ਸਤਰ ਵੱਜਦਾ ਸੀ ਨਾ, ਤੇ ਲਹੂ ਦੀਆਂ ਜਿੰਨੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਸਨ, ਉਹਨੇ ਹੋਰ ਦੈਂਤ ਪੈਦਾ ਹੋ ਜਾਂਦੇ ਸਨ। ਉਹਨੂੰ ਕਹਿੰਦੇ ਰਕਤ, ਜਿਹਦੇ ਲਹੂ ਤੋਂ, ਲਹੂ ਦੇ ਬੀਜ ਤੋਂ ਦੈਂਤ ਪੈਦਾ ਹੁੰਦੇ ਨੇ, ਉਹਨੂੰ ਕਹਿੰਦੇ ਰਕਤ ਬੀਜ। ਤੇ ਜਦੋਂ ਦੈਂਤ ਮਰਨ ਨਾ, ਤੇ ਫਿਰ ਕਹਿੰਦੇ ਅਕਾਲ ਪੁਰਖ ਦਾ ਹੁਕਮ ਹੋਇਆ, ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ। ਉਦੋਂ ਫਿਰ ਚੰਡੀ ਪ੍ਰਗਟ ਹੋਈ, ਜਿਹੜੀ ਦੁਰਗਾ ਸੀ ਉਹਦਾ ਮੱਥਾ ਪਾੜ ਕੇ ਵਿੱਚੋਂ ਨਿਕਲੀ। ਹੁਣ ਕੀ ਹੈ, ਕਿਹੜੀ ਸ਼ਕਤੀ ਹੈ ਜਿਹੜੀ ਮੱਥਾ ਪਾੜ ਕੇ ਨਿਕਲਦੀ ਹੈ? ਉਹ ਗਿਆਨ ਦੀ ਸ਼ਕਤੀ ਹੈ। ਜਦੋਂ ਕੋਈ ਸਾਧਨਾ ਕਰਦਾ ਹੈ, ਅਭਿਆਸ ਕਰਦਾ ਹੈ, ਸਿਮਰਨ ਕਰਦਾ ਹੈ,
ਉਦੋਂ ਫਿਰ ਆ ਜਿਹੜੀ ਤਰਕੁੱਟੀ ਹੈ ਇਹਦੇ ਦੁਆਰਾ ਦਸਮ ਦਵਾਰ ਦੇ ਵਿੱਚ ਜਦੋਂ ਜਾ ਕੇ ਸ਼ਬਦ ਦੀ ਚੋਟ ਪੈਂਦੀ ਹੈ, ਇਥੋਂ ਫਿਰ ਇੱਕ ਇਹੋ ਜੀ ਸ਼ਕਤੀ ਪ੍ਰਗਟ ਹੁੰਦੀ ਹੈ ਜੋ ਗਿਆਨ ਦਾ ਖੜਗ ਲੈ ਕੇ ਸਾਰੇ ਵਿਕਾਰਾਂ ਨੂੰ ਦਲ ਦਿੰਦੀ ਹੈ, ਨਸ਼ਟ ਕਰ ਦਿੰਦੀ ਹੈ। ਫਿਰ ਸਾਧ ਸੰਗਤ ਜੀ ਜਿਹੜੀ ਉਹ ਦੇਵੀ ਪੈਦਾ ਹੋਈ ਨਾ, ਨਿਕਲੀ ਮੱਥਾ ਫੋੜ ਕੇ ਜਣ ਫਤਿਹ ਨਿਸ਼ਾਨ ਵਜਾਏ ਕੈ, ਉਹਨੇ ਕੀ ਕੀਤਾ? ਉਹਨੇ ਆਖਿਆ ਦੇਵੀ ਨੂੰ ਵੀ ਤੂੰ ਰਾਖਸ਼ਾਂ ਨੂੰ ਮਾਰ। ਉਹਨੇ ਖੱਪਰ ਲੈ ਲਿਆ। ਉਹ ਜਦੋਂ ਮਾਰਿਆ ਕਰੇ ਤੇ ਉਹ ਖੱਪਰ ਦੇ ਵਿੱਚ ਲਹੂ ਭਰ ਭਰ ਕੇ ਉਹਦਾ ਪੀਣ ਲੱਗ ਪਈ ਤੇ ਜਿੰਨੇ ਵੀ ਦੈਂਤ ਸਨ ਸੋਕ ਦਿੱਤੇ ਸਾਰੇ। ਕਿਸੇ ਦੇ ਲਹੂ ਦੀ ਬੂੰਦ ਧਰਤੀ ਤੇ ਨਹੀਂ ਡਿੱਗਣ ਦਿੱਤੀ। ਇਸ ਪ੍ਰਕਾਰ ਹੁਣ ਕੁਦਰਤੀ ਗੱਲ ਹੈ ਵੀ ਜੇ ਇੱਕ ਇਹੋ ਜਿਹਾ ਦੈਂਤ ਪੈਦਾ ਹੋਇਆ, ਕੋਈ ਕਹਿ ਸਕਦਾ ਵੀ ਇਦਾਂ ਦਾ ਦੈਂਤ ਪੈਦਾ ਹੋ ਸਕਦਾ? ਜੇ ਰਾਵਣ 10 ਸਿਰ ਵੱਢ ਕੇ ਜਿਉਂਦਾ ਰਹਿ ਸਕਦਾ ਹੈ ਤੇ ਸੁਰਣ ਰਕਤ ਬੀਜ ਕਿਉਂ ਨਹੀਂ ਪੈਦਾ ਹੋ ਸਕਦਾ? ਰਾਵਣ ਨੇ 10 ਵਾਰੀ ਸਿਰ ਵੱਢ ਕੇ ਹਵਨ ਕੁੰਡ ਵਿੱਚ ਭੇਟ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਆਪ ਬਾਣੀ ਵਿੱਚ ਫਰਮਾਨ ਕਰਦੇ ਨੇ, ਰਾਵਣ ਹੋਤੇ ਸੋ ਰੰਕਨ ਜਿਨ ਸਿਰ ਦੀਨੇ ਕਾਟ। ਭਾਈ ਸੰਮਣ ਤੇ ਮੂਸਣ ਨੂੰ ਉਪਦੇਸ਼ ਦਿੱਤਾ ਪੰਜਵੇਂ ਪਾਤਸ਼ਾਹ ਨੇ। ਭਾਈ ਸੰਮਣ ਤੇ ਮੂਸਣ ਦੋਨੇ ਪੁੱਤਰ ਤੇ ਪਿਤਾ ਸਨ ਤੇ ਪੁੱਤਰ ਨੇ ਪਿਓ ਦਾ ਮਾਫ ਕਰਨਾ, ਪੁੱਤਰ ਦਾ ਜਿਹੜਾ ਸੀਸ ਸੀ ਉਹ ਪਿਓ ਨੇ ਲਾਇਆ। ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੰਕਾਰ ਨਾ ਕਰਿਓ ਕਿਤੇ ਕਿ ਸੀਸ ਦੇ ਬਦਲੇ ਸਿੱਖੀ ਮਿਲ ਗਈ ਹੈ। ਰਾਵਣ ਕੰਗਾਲ ਨਹੀਂ ਸੀਗਾ। ਰਾਵਣ ਨੇ 10 ਵਾਰੀ ਸਿਰ ਲਾ ਕੇ ਹਵਨ ਕੁੰਡ ਵਿੱਚ ਭੇਟ ਕੀਤਾ ਸੀ। ਸ਼ਿਵ ਭਗਤ ਸੀਗਾ ਜਿਹੜਾ ਰਾਵਣ ਸੀਗਾ, ਆਪਣੇ ਇਸ਼ਟ ਨੂੰ ਉਹਨੇ ਸੀਸ ਭੇਟ ਕੀਤਾ। ਜੇ ਇਹੋ ਜੇ ਮਹਾਂਬਲੀ ਦੁਨੀਆ ਵਿੱਚ ਪੈਦਾ ਹੋਏ ਜਿਨ੍ਹਾਂ ਦੇਵਤਿਆਂ ਨੂੰ ਵੀ ਕਾਬੂ ਕਰ ਦਿੱਤਾ, ਤੇ ਰਕਤ ਬੀਜ ਕੀ ਚੀਜ਼ ਹੈ? ਇਹੋ ਜੇ ਵੀ ਪੈਦਾ ਹੋ ਸਕਦੇ। ਕੁਦਰਤ ਬੜੀ ਵਿਸ਼ਾਲ ਹੈ ਅਕਾਲ ਪੁਰਖ ਵਾਹਿਗੁਰੂ ਦੀ, ਤੇ ਉਹਦੀ ਕੁਦਰਤ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਸ ਅਕਾਲ ਪੁਰਖ ਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੇ ਉਹਨੇ ਰਕਤ ਬੀਜ ਵਰਗੇ ਦੈਂਤ ਪੈਦਾ ਕੀਤੇ ਤੇ ਉਹਨਾਂ ਦਾ ਨਾਸ਼ ਕਰਨ ਵਾਸਤੇ ਫਿਰ ਉਹਨੇ ਅਗਾਂ ਚੰਡੀ ਕਾਲੀ ਵੀ ਪੈਦਾ ਕਰ ਦਿੱਤੀ। ਮਹਾਰਾਜ ਕਹਿੰਦੇ ਨੇ ਸੁੰਭ ਤਿੰਨ ਸੁੰਭ ਦੈਂਤ ਪੈਦਾ ਹੋਏ, ਇਸੇ ਤਰ੍ਹਾਂ ਰਕਤ ਬੀਜ ਵਰਗੇ ਦੈਂਤ ਪੈਦਾ ਹੋਏ ਹਨ। ਦੇਉ ਕਾਲ ਕੀਨੇ ਪੁਰੇ ਜੇ ਪੁਰੇ ਜੰਗ। ਅਕਾਲ ਪੁਰਖ ਨੇ ਇਹਨਾਂ ਦੈਂਤਾਂ ਨੂੰ ਵੀ ਪੁਰਜੇ ਪੁਰਜੇ ਕਰ ਦਿੱਤਾ, ਟੋਟੇ ਟੋਟੇ ਕਰ ਦਿੱਤਾ ਹੈ। ਬਲੀ ਪ੍ਰਿਥੀ ਅੰਗ ਮਾਨ ਧਾਤਾ ਮਹੀਪੰ। ਇਸ ਧਰਤੀ ਉੱਪਰ ਰਾਜਾ ਮਾਨ ਧਾਤਾ ਵਰਗੇ ਰਾਜਾ ਹੋਏ ਹਨ। ਜਿਨ੍ਹਾਂ ਰਥ ਚੱਕਰਾਂ ਕੀਏ ਸਾਤ ਦੀਪੰ। ਜਿਨ੍ਹਾਂ ਦੇ ਰਥ ਦੇ ਚੱਕਰ ਨੇ। ਕੱਲ ਵੀ ਅਰਜ਼ ਕੀਤੀ ਸੀ, ਜ਼ਿਕਰ ਆਇਆ ਸੀ ਰਾਜਾ ਮਾਨ ਧਾਤੇ ਦਾ। ਸੂਰਜਵੰਸ਼ੀ ਰਾਜਾ ਸੀਗਾ ਰਾਜਾ ਮਾਨ ਧਾਤਾ। ਮਹਾਰਾਜ ਕਹਿੰਦੇ ਇਹਦੇ ਰਥ ਦੇ ਜਿਹੜੇ ਪਹੀਏ ਸਨ ਉਹਨੇ ਇਸੇ ਤਰ੍ਹਾਂ 7 ਦੀਪ ਪੈਦਾ ਕਰ ਦਿੱਤੇ ਹਨ। ਭੁਜੰਗ ਭੀਮ ਭਰਥੰ ਜਗੰ ਜੀਤ ਡੰਡਿਆਂ। ਫਿਰ ਤਾਕਤਵਰ ਭੀਮ ਵਰਗੇ ਹੋਏ ਇਸ ਧਰਤੀ ਉੱਪਰ ਜਿਨ੍ਹਾਂ ਨੇ ਮਹਾਭਾਰਤ ਦੇ ਜੰਗ ਵਿੱਚ ਵੈਰੀਆਂ ਨੂੰ ਜਿੱਤ ਕੇ ਤੇ ਵੈਰੀਆਂ ਨੂੰ ਦੰਡ ਦਿੱਤਾ ਹੈ। ਤਿਨੈ ਅੰਤ ਕੇ ਅੰਤ ਕਉ ਕਾਲ ਖੰਡਿਆਂ। ਸਾਧ ਸੰਗਤ ਜੀ ਜਦੋਂ ਸਮਾਂ ਆਇਆ ਜਿਸ ਭੀਮ ਨੇ ਹਾਥੀ ਆਕਾਸ਼ ਵਿੱਚ ਚੁੱਕ ਕੇ ਮਾਰੇ, ਜਿਹੜੇ ਕਹਿੰਦੇ ਅੱਜ ਤਾਈਂ ਥੱਲੇ ਨਹੀਂ ਆਏ, ਮਹਾਰਾਜ ਕਹਿੰਦੇ ਉਹ ਭੀਮ ਵਰਗੇ ਵੀ ਕਾਲ ਦੇ ਹੱਥੋਂ ਬਚ ਨਹੀਂ ਸਕੇ। ਕਾਲ ਨੇ ਉਹਦਾ ਵੀ ਨਾਸ਼ ਕਰ ਦਿੱਤਾ। ਕਾਲ ਨੇ ਰਾਜਾ ਮਾਨ ਧਾਤਾ ਵਰਗਾ ਜਿਹੜਾ ਮਹਾਨ ਰਾਜਾ ਸੀ ਉਹਦਾ ਵੀ ਨਾਸ਼ ਕਰ ਦਿੱਤਾ ਹੈ। ਜਿਨ੍ਹਾਂ ਦੀਪ ਦੀਪੰ ਦੁਹਾਈ ਫੇਰਾਈ। ਜਿਨ੍ਹਾਂ ਰਾਜਿਆਂ ਨੇ 7 ਦੀਪਾਂ ਦੇ ਵਿੱਚ ਆਪਣੀ ਦੁਹਾਈ ਫੇਰੀ ਹੋਈ ਸੀ ਵੀ ਸਾਡੇ ਜਿਹਾ ਕੋਈ ਮਹਾਂਬਲੀ ਨਹੀਂ ਹੈ। ਪੂਜਾ ਡੰਡ ਦਾ ਸ਼ੋਣ ਸ਼ਤਰੰਗ ਸ਼ੇਨਾਈ। ਵੱਡੇ ਵੱਡੇ ਰਾਜੇ ਜਿਹੜੇ ਤਾਕਤਵਰ ਪੂਜਾ ਦੰਡ ਜਿਨ੍ਹਾਂ ਦੀਆਂ ਬਾਹਾਂ ਦੇ ਅੰਦਰ ਬੜੀ ਤਾਕਤ ਸੀ, ਬੜੀ ਸਮਰੱਥਾ ਸੀ, ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਡੰਡ ਦੇ ਕੇ ਸ਼ੋਣ ਸ਼ਤਰੰਗ ਸ਼ਨਾਈ ਉਹਨਾਂ ਦੀ ਧਰਤੀ ਤੇ ਉਹਨਾਂ ਦੇ ਛਤਰ ਜਿਨ੍ਹਾਂ ਰਾਜਿਆਂ ਨੇ ਖੋਹ ਲਏ ਹਨ। ਕਰੇ ਜਗ ਕੋਟੰ ਜਸੰ ਅਨੇਕ ਲੀਤੇ। ਜਿਨ੍ਹਾਂ ਨੇ ਜਗਤ ਅੰਦਰ ਕਰੋੜਾਂ ਹੀ ਜਗ ਕਰਕੇ ਜਸ ਦੀ ਮਹਿਮਾ ਦੀ ਵਡਿਆਈ ਦੀ ਪ੍ਰਾਪਤੀ ਕੀਤੀ ਹੈ। ਵਹ ਵੀਰ ਬੰਕੇ ਬਲੀ ਕਾਲ ਜੀਤੇ। ਉਹਨਾਂ ਬੰਕੇ ਵੀਰਾਂ ਨੂੰ ਯੋਧਿਆਂ ਨੂੰ ਕਹਿੰਦੇ ਅੰਤ ਨੂੰ ਬਲੀ ਕਾਲ ਨੇ ਜਿੱਤ ਲਿਆ। ਅੰਤ ਨੂੰ ਉਹ ਕਾਲ ਦੇ ਹੱਥੋਂ ਮਾਰੇ ਗਏ ਹਨ। ਕਈ ਕੋਟ ਲੀਨੇ ਜਿਨ੍ਹਾਂ ਦੁਰਗ ਢਾਹੇ। ਜਗਤ ਵਿੱਚ ਇਹੋ ਜਿਹੇ ਵੀ ਕਈ ਰਾਜੇ ਹੋਏ
ਜਿਨ੍ਹਾਂ ਨੇ ਕਰੋੜਾਂ ਦੁਰਗ ਨਾਮ ਕਿਲੇ ਦਾ ਕਰੋੜਾਂ ਕਿਲੇ ਢਾ ਦਿੱਤੇ ਹਨ। किते सूर बीरान के सैन गाहे, ਜਿਨ੍ਹਾਂ ਨੇ ਅਨੇਕਾਂ ਹੀ ਸੂਰਬੀਰ ਯੋਧਿਆਂ ਦੀਆਂ ਫੌਜਾਂ ਨੂੰ ਗਾਹ ਦਿੱਤਾ, ਉਹਨਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। कई चंग कीने सो साके पवारे, ਜਿਨ੍ਹਾਂ ਨੇ ਜਗਤ ਅੰਦਰ ਬੜੇ ਜੰਗ ਕੀਤੇ, ਬੜੇ ਪਵਾੜੇ ਤੇ ਸਾਕੇ ਕੀਤੇ ਹਨ। वह दीन देखे गिरे काल मारे। ਸਤਿਗੁਰੂ ਕਹਿੰਦੇ ਜਦੋਂ ਉਹਨਾਂ ਨੂੰ ਕਾਲ ਨੇ ਮਾਰਿਆ ਤੇ ਅਸੀਂ ਵੇਖਿਆ ਵੀ ਉਹ ਕਾਲ ਦੇ ਸਾਹਮਣੇ ਵਿਚਾਰੇ ਦੀਨ ਹੋ ਗਏ। ਸਿਕੰਦਰ ਵਰਗੇ ਜਦੋਂ ਸਮਾਂ ਆਇਆ ਨਾ ਤੇ ਫਿਰ ਕਾਲ ਦੇ ਸਾਹਮਣੇ ਗੋਡੇ ਟੇਕਣੇ ਪਏ ਨਾ, ਜਿਹੜੇ ਧਰਤੀ ਦੇ ਜੇਤੂ ਬਾਦਸ਼ਾਹ ਸਨ, ਇੱਕ ਵੀ ਸਵਾਸ ਨਹੀਂ ਮਿਲਿਆ। ਕਹਿੰਦੇ ਸੋਨੇ ਦੀਆਂ ਮੋਹਰਾਂ, ਪਹਿਲਾਂ ਜਦੋਂ ਬਿਮਾਰ ਹੋਇਆ ਨਾ ਸਿਕੰਦਰ ਤੇ ਆਪਣੇ ਵਜ਼ੀਰਾਂ ਮੰਤਰੀਆਂ ਨੂੰ ਕਹਿੰਦਾ ਵੀ ਕੋਈ ਉਪਾਅ ਕਰੋ, ਵੀ ਕੋਈ ਥੋੜੇ ਦਿਨਾਂ ਦਾ ਸਮਾਂ ਮਿਲੇ ਵੀ ਮੈਂ ਵਾਪਸ ਆਪਣੇ ਦੇਸ਼ ਜਾਵਾਂ। ਹਿੰਦੁਸਤਾਨ ਨੂੰ ਜਿੱਤ ਕੇ ਵਾਪਸ ਜਾਂਦਾ ਪਿਆ ਸੀ, ਰਸਤੇ 'ਚ ਬਿਮਾਰ ਹੋ ਗਿਆ, ਵੀ ਮੈਂ ਆਪਣੇ ਪਰਿਵਾਰ ਨੂੰ, ਆਪਣੀ ਮਾਂ ਨੂੰ ਮਿਲ ਲਵਾਂ ਇੱਕ ਵਾਰੀ। ਤੇ ਉਹ ਕਹਿੰਦੇ ਵੀ ਤੁਹਾਡੀ ਉਮਰ ਲੰਮੀ ਹੋਵੇ ਪਰ ਸਾਡੇ ਹੱਥ ਵੱਸ ਵਿੱਚ ਨਹੀਂ। ਵੈਦ ਬੁਲਾਏਗੇ, ਵੈਦਾਂ ਨੂੰ ਕਹਿੰਦਾ ਜੋ ਚਾਹੀਦਾ ਲੈ ਲਵੋ, ਪਰ ਕੁਝ ਦਿਨਾਂ ਦਾ ਸਮਾਂ ਦੇ ਦਿਓ, ਸਵਾਸ ਮਿਲ ਜਾਣ ਵੀ ਮੈਂ ਜਾ ਕੇ ਆਪਣੀ ਮਾਂ ਨੂੰ ਅੰਤਕਾਲ ਮਿਲਣਾ ਚਾਹੁੰਦਾ ਜੇ। ਉਹ ਕਹਿੰਦੇ ਨੇ ਕਿ ਬਾਦਸ਼ਾਹ ਸਲਾਮਤ, ਖੁਦਾ ਖੈਰ ਕਰੇ, ਤੁਹਾਡਾ ਤਨ ਸਲਾਮਤ ਰਹੇ, ਪਰ ਸਾਡੇ ਹੱਥ ਨਹੀਂ। ਅਸਾਂ ਤਾਂ ਦਵਾ ਦੇ ਸਕਦੇ ਆ ਤੇ ਦੁਆ ਕਰ ਸਕਦੇ ਆ, ਬਾਕੀ ਖੁਦਾ ਦੇ ਹੱਥ ਦੇ ਵਿੱਚ ਹੈ। ਕਹਿੰਦੇ ਉਸ ਵਕਤ ਸਿਕੰਦਰ ਨੇ ਆਖਿਆ ਸੋਨੇ ਦੀਆਂ ਮੋਹਰਾਂ ਲਿਆਓ। ਸੋਨੇ ਦੀਆਂ ਮੋਹਰਾਂ, ਪੈਸਾ ਸਿੱਕਾ ਛਾਤੀ ਤੇ ਰੱਖਿਆ ਤੇ ਮੁੱਠਾਂ ਭਰ ਕੇ ਆਕਾਸ਼ ਵੱਲ ਉਡਾ ਕੇ ਕਹਿਣ ਲੱਗਾ ਤੇਰੀ ਖਾਤਰ ਸਾਰੀ ਉਮਰ ਪਾਪ ਕਰਦਾ ਰਿਹਾ, ਅੰਤ ਨੂੰ ਤੂੰ ਹੀ ਕੰਮ ਨਾ ਆਈ। ਤੇ ਕਹਿੰਦੇ ਸਿਕੰਦਰ ਬਾਦਸ਼ਾਹ ਨੇ ਆਪਣਾ ਸਰੀਰ ਤਿਆਗਿਆ ਤੇ ਜਾਂਦੀ ਵਾਰੀ ਕਹਿ ਗਿਆ ਵੀ ਜਨਾਜ਼ੇ ਤੋਂ ਹੱਥ ਬਾਹਰ ਕੱਢ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਤੇ ਮੇਰਾ ਜਨਾਜ਼ਾ ਗਲੀ ਗਲੀ ਵਿੱਚ ਫੇਰਿਓ, ਲੋਕਾਂ ਨੂੰ ਪਤਾ ਲੱਗੇ ਦੁਨੀਆ ਦਾ ਜੇਤੂ ਸਿਕੰਦਰ ਬਾਦਸ਼ਾਹ ਖਾਲੀ ਹੱਥ ਆਇਆ ਤੇ ਖਾਲੀ ਹੱਥ ਹੀ ਚਲਾ ਗਿਆ ਦੁਨੀਆ ਤੋਂ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਬੜੇ ਜੰਗ ਕੀਤੇ, ਜਿਨ੍ਹਾਂ ਨੇ ਕਿਲੇ ਢਾ ਦਿੱਤੇ, ਜਿਨ੍ਹਾਂ ਨੇ ਫੌਜਾਂ ਦਾ ਨਾਸ਼ ਕਰ ਦਿੱਤਾ, ਬੜੇ ਪਵਾੜੇ ਸਾਕੇ ਕੀਤੇ, ਜਦੋਂ ਕਾਲ ਨੇ ਚੋਟ ਮਾਰੀ ਨਾ, ਉਹ ਕਾਲ ਦੇ ਸਾਹਮਣੇ ਵਿਚਾਰੇ ਦੀਨ ਹੋ ਗਏ, ਗੋਡੇ ਟੇਕ ਗਏ, ਕਾਲ ਦੇ ਉੱਪਰ ਉਹਨਾਂ ਦਾ ਵਸ ਨਹੀਂ ਚੱਲਿਆ। जिन्हें पातशाही करी कोट झुकियन, ਜਿਨ੍ਹਾਂ ਨੇ ਇਸ ਧਰਤੀ ਦੀ ਕਰੋੜਾਂ ਯੁਗਾਂ ਤਾਈਂ ਪਾਤਸ਼ਾਹੀ ਕੀਤੀ, ਜਿਹੜੇ ਇਸ ਧਰਤੀ ਦੇ ਬਾਦਸ਼ਾਹ ਰਹੇ ਹਨ, रसन आन रसन पली पात भुगियन, ਜਿਨ੍ਹਾਂ ਨੇ ਦੁਨੀਆ ਦੇ ਸਾਰੇ ਰਸਾਂ ਨੂੰ ਭਲੀ ਪ੍ਰਕਾਰ ਭੋਗਿਆ, ਦੁਨੀਆ ਦੇ ਪਦਾਰਥਾਂ ਦੇ ਰਸ ਨੂੰ ਮਾਣਿਆ ਹੈ। वह अंत को पावन आगे पधारे, ਜਦੋਂ ਅੰਤ ਕਾਲ ਆਇਆ ਤੇ ਦੁਨੀਆ ਤੋਂ ਨੰਗੇ ਪੈਰ ਚਲੇ ਗਏ। ਰੋਜ਼ ਬਚਨ ਪੜ੍ਹਦੇ ਆ ਨਾ ਸਤਿਗੁਰੂ ਕਲਗੀਧਰ ਜੀ ਦਾ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਨ ਕੇ ਗਾਉਨ ਕੋ ਜਾਤ ਨਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਰਧ ਨਿਆਵਤ ਸੀਸ, ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜਿਨ੍ਹਾਂ ਦੇ ਘਰ ਦੇ ਮੂਹਰੇ ਮਸਤ ਹਾਥੀ ਖਲੋਤੇ ਨੇ, ਜਿਨ੍ਹਾਂ ਤੇ ਸੋਹਣੀਆਂ ਬਾਰੀਆਂ ਪਾਈਆਂ ਹੋਈਆਂ ਨੇ, ਝੂਲਦੇ ਨੇ ਹਾਥੀ ਉਹਨਾਂ ਦੇ ਘਰ ਦੇ ਮੂਹਰੇ ਖਲੋਤੇ ਹੋਏ। ਸਤਿਗੁਰੂ ਕਹਿੰਦੇ ਜਿਨ੍ਹਾਂ ਕੋਲ ਕਰੋੜਾਂ ਘੋੜੇ ਇੰਨੀ ਤੇਜ਼ੀ ਦੇ ਨਾਲ ਚੱਲਦੇ ਨੇ ਕਿ ਹਵਾ ਦਾ ਵੇਗ ਵੀ ਪਿੱਛੇ ਛੱਡ ਦਿੰਦੇ ਨੇ, ਜਿਨ੍ਹਾਂ ਦੀ ਖਾਤਰ ਰਾਜੇ ਛਤਰ ਲੈ ਕੇ ਖਲੋਤੇ ਹੁੰਦੇ ਨੇ। ਇੱਕ ਬਚਨ ਭਗਤ ਨਾਮਦੇਵ ਜੀ ਦਾ ਵੀ ਆਉਂਦਾ, ਆਪਾਂ ਪੜ੍ਹਦੇ ਹਾਂ। ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਉੱਪਰ 9 ਯੋਜਨਾ ਤਾਈਂ ਛਤਰ ਝੂਲਦਾ ਸੀਗਾ, 9 ਯੋਜਨਾ ਤਾਈਂ। ਕੌਣ ਸਨ? ਕੌਰਵ। ਜਦੋਂ ਉਹਨਾਂ ਦਾ ਰਾਜ ਭਾਗ ਉਹਨਾਂ ਨੂੰ ਪ੍ਰਾਪਤ ਹੋਇਆ ਨਾ, 12 ਯੋਜਨ, 12 ਯੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਈ। ਵੈਸੇ ਪਾਠ ਤੁਹਾਨੂੰ ਗਿਰਜਨ ਮਿਲੇਗਾ ਗੁਰੂ ਗ੍ਰੰਥ ਸਾਹਿਬ ਅੰਦਰ, ਪਰ ਸੰਪਰਦਾਵਾਂ ਵਿੱਚ ਪਾਠ ਗਿਰਜ ਨਾ ਖਾਈ ਕਰਾਇਆ ਜਾਂਦਾ। ਉਹ ਜਿਹੜਾ ਸਾਧ ਸੰਗਤ ਦੁਰਯੋਧਨ ਸੀ, ਉਹਦਾ ਸਰੀਰ ਜਿਹੜਾ ਸੀ ਉਹਦੇ ਮਾਂ ਦੇ ਵਰ ਦੇ ਨਾਲ ਉਹ ਕਹਿੰਦੇ ਬੱਜਰ ਦਾ ਬਣ ਗਿਆ ਸੀਗਾ, ਤਾਂ ਉਹਦਾ ਸਰੀਰ ਗਿਰਜ ਨਹੀਂ ਸੀ ਖਾ ਸਕੇ, ਤਾਂ ਗਿਰਜਨ ਪਾਠ ਵੀ ਕਰਾਇਆ ਜਾਂਦਾ, ਪਰ ਜਿਹੜਾ ਮੁੱਖ ਪਾਠ ਹੈ ਉਹ ਦੇਹੀ ਗਿਰਜ ਨਾ ਖਾਈ। 12 ਯੋਜਨਾ ਤੱਕ ਰਾਜੇ ਛਤਰ ਲੈ ਕੇ ਖਲੋ ਜਾਂਦੇ ਸਨ, ਉਹ ਛਤਰ ਦੀ ਛਾਇਆ ਦੇ ਹੇਠ ਤੁਰਿਆ ਕਰਦੇ ਸਨ। ਤੇ ਭਗਤ ਨਾਮਦੇਵ ਜੀ ਕਹਿੰਦੇ ਇੱਕ ਦਿਨ ਇਹੋ ਜਿਹਾ ਸਮਾਂ ਆ ਗਿਆ, ਉਹਨਾਂ ਦਾ ਸਰੀਰ ਵੀ ਗਿਰਜਾਂ ਨੇ ਨਹੀਂ ਖਾਧਾ। ਇਦਾਂ ਦਾ ਸਮਾਂ ਵੀ ਆ ਗਿਆ। ਜਿਨ੍ਹਾਂ ਦੇ ਉੱਪਰ ਛਤਰ ਝੂਲਦੇ ਸਨ ਉਹ ਰਾਜੇ ਪਾਤਸ਼ਾਹ ਕਹਿੰਦੇ
ਕੀ ਹੋਇਆ ਜੇ ਏਡੇ ਵੱਡੇ ਤੁਸੀਂ ਬਾਦਸ਼ਾਹ ਬਣ ਗਏ ਹੋ? ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜਿਸ ਦਿਨ ਅੰਤਲਾ ਸਮਾਂ ਆਇਆ ਤੇ ਨੰਗੇ ਪੈਰ ਦੁਨੀਆ ਤੋਂ ਗਏ। ਸਤਿਗੁਰੂ ਕਹਿੰਦੇ ਹਨ ਤੇ ਜੇਕਰ ਕੋਈ ਮਨੁੱਖ ਧਰਤੀ ਦਾ ਰਾਜ ਵੀ ਪ੍ਰਾਪਤ ਕਰ ਲਵੇ, ਅੰਤ ਨੂੰ ਉਹਨੂੰ ਨੰਗੇ ਪੈਰ ਇਸ ਧਰਤੀ ਤੋਂ ਜਾਣਾ ਪੈਂਦਾ ਹੈ। ਗਿਰੇ ਦੀਨ ਦੇਖੇ ਹਠੀ ਕਾਲ ਮਾਰੇ। ਸਤਿਗੁਰੂ ਕਹਿੰਦੇ ਜਦੋਂ ਅੰਤ ਕਾਲ ਆ ਗਿਆ, ਹਠੀ ਕਾਲ ਨੇ ਜਦੋਂ ਇਹਨਾਂ ਨੂੰ ਮਾਰਿਆ ਤੇ ਦੀਨ ਹੁੰਦਾ ਸੀ ਇਹਨਾਂ ਨੂੰ ਵੇਖਿਆ ਹੈ। ਜਿਨੈ ਖੰਡੀ ਅੰਗ ਦੰਡ ਧਾਰੰ ਅਪਾਰੰ। ਜਿਨ੍ਹਾਂ ਨੇ ਇਸ ਧਰਤੀ ਦੇ ਉੱਪਰ ਵੱਡੇ ਵੱਡੇ ਰਾਜਿਆਂ ਨੂੰ ਡੰਡ ਦੇ ਕਰਕੇ ਟੋਟੇ ਟੋਟੇ ਕਰ ਦਿੱਤਾ ਹੈ। ਕਰੇ ਚੰਦਰਮਾ ਸੂਰਜ ਚੇਰੇ ਦੁਆਰੰ। ਜਿਨ੍ਹਾਂ ਨੇ ਆਪਣੇ ਦਵਾਰ ਦੇ ਉੱਪਰ ਚੰਦਰਮਾ ਤੇ ਸੂਰਜ ਨੂੰ ਵੀ ਆਪਣਾ ਦਾਸ ਬਣਾ ਲਿਆ। ਇਹ ਇਸ਼ਾਰਾ ਮਹਾਰਾਜ ਰਾਵਣ ਵੱਲ ਕਰਦੇ ਨੇ ਕਿ ਰਾਵਣ ਵਰਗੇ ਜਿਹਨੇ ਸਾਰੇ ਆਪਣੇ ਵੈਰੀ ਖੰਡ ਖੰਡ ਕਰ ਦਿੱਤੇ, ਟੋਟੇ ਟੋਟੇ ਕਰ ਦਿੱਤੇ, ਚੰਦਰਮਾ ਤੇ ਸੂਰਜ ਵਰਗਿਆਂ ਨੂੰ ਵੀ ਆਪਣਾ ਚੇਰਾ, ਆਪਣਾ ਸੇਵਕ ਬਣਾ ਲਿਆ ਹੈ। ਜਿਨੈ ਇੰਦਰ ਸੇ ਜੀਤ ਕੈ ਛੋੜ ਤਾਰੇ। ਜਿਨ੍ਹਾਂ ਨੇ ਕਈ ਵਾਰੀ ਇੰਦਰ ਜਏ ਯੋਧਿਆਂ ਨੂੰ ਕਹਿੰਦੇ ਜਿੱਤ ਕੇ ਤੇ ਫਿਰ ਉਹਨਾਂ ਨੂੰ ਛੱਡ ਦਿੱਤਾ ਵੀ ਜਾਓ ਚਲੇ ਜਾਵੋ। ਵਹ ਦੀਨ ਦੇਖੇ ਗਿਰੇ ਕਾਲ ਮਾਰੇ। ਇਹੋ ਜੇ ਯੋਧਿਆਂ ਨੂੰ ਅੰਤ ਨੂੰ ਜਦੋਂ ਕਾਲ ਨੇ ਮਾਰਿਆ ਤੇ ਅਸਾਂ ਵੇਖਿਆ ਉਹ ਕਾਲ ਦੇ ਸਾਹਮਣੇ ਵਿਚਾਰੇ ਦੀਨ ਹੋ ਗਏ। ਭਾਵ ਉਹਨਾਂ ਦਾ ਵਸ ਨਹੀਂ ਚੱਲਿਆ ਕਾਲ ਦੇ ਉੱਪਰ। ਜਿਹੜੇ ਦੁਨੀਆ ਨੂੰ ਮਾਰਦੇ ਰਹੇ, ਅੰਤ ਨੂੰ ਉਹਨਾਂ ਨੂੰ ਕਾਲ ਨੇ ਖਤਮ ਕਰ ਦਿੱਤਾ ਹੈ। ਰਸਾਵਲ ਛੰਦ ਜਿਤੇ ਰਾਮ ਹੋਏ ਸਭੈ ਅੰਤ ਮੂਏ। ਸਤਿਗੁਰੂ ਕਹਿੰਦੇ ਜਿੰਨੇ ਵੀ ਇਸ ਧਰਤੀ ਤੇ ਅਵਤਾਰੀ ਪੁਰਸ਼ ਹੋਏ, 24 ਅਵਤਾਰਾਂ ਵਿੱਚੋਂ ਸ੍ਰੀ ਰਾਮਚੰਦਰ ਹੋਏ, ਜਦੋਂ ਅੰਤ ਕਾਲ ਆਇਆ ਤੇ ਉਹ ਆਪਣੀ ਵਾਰੀ ਮੁਤਾਬਕ ਇਸ ਸੰਸਾਰ ਤੋਂ ਚਲੇ ਗਏ। ਰਾਮ ਗਇਓ ਰਾਵਣ ਗਇਓ ਜਾ ਕੋ ਵੋ ਪਰਿਵਾਰ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਰਾਮਚੰਦਰ ਜੀ ਗਏ, ਰਾਵਣ ਚਲਾ ਗਿਆ ਜਿਨ੍ਹਾਂ ਦਾ ਪਰਿਵਾਰ ਸੀ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਜਿਹਦਾ ਐਡਾ ਵੱਡਾ ਪਰਿਵਾਰ ਸੀ, 1 ਲੱਖ ਪੁੱਤਰ 1.25 ਲੱਖ ਨਾਤੀ। ਨਾਤੀ ਦਾ ਅਰਥ ਕਈਆਂ ਨੇ ਧੀਆ ਵੀ ਕੀਤਾ, ਕਈਆਂ ਨੇ ਪੋਤਰੇ ਵੀ ਇਹਦਾ ਅਰਥ ਕੀਤਾ। ਜੇ ਐਡਾ ਵੱਡਾ ਪਰਿਵਾਰ ਸੀ ਪਰ ਅੰਤ ਨੂੰ ਉਹਦੇ ਘਰ ਵਿੱਚ ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚਿਆ। ਸਭ ਕਾਲ ਦੇ ਹੱਥੋਂ ਮਾਰੇ ਗਏ ਹਨ। ਜਿਤੇ ਕ੍ਰਿਸ਼ਨ ਹੋਏ ਹੈ ਸਭ ਅੰਤ ਜੈ ਹੈ। ਸਤਿਗੁਰੂ ਕਹਿੰਦੇ ਜਿੰਨੇ ਇਸ ਧਰਤੀ ਤੇ ਕ੍ਰਿਸ਼ਨ ਹੋਏ, ਜਦੋਂ ਸਮਾਂ ਆਇਆ ਆਪਣੇ ਸਮੇਂ ਦੇ ਮੁਤਾਬਕ ਉਹ ਵੀ ਦੁਨੀਆ ਤੋਂ ਕੂਚ ਕਰ ਗਏ, ਸੰਸਾਰ ਤੋਂ ਚਲੇ ਗਏ ਹਨ। ਜਿਤੇ ਦੇਵ ਹੋਸੀ ਸਭ ਅੰਤ ਜਾਸੀ। ਅੱਗੇ ਭਵਿੱਖ ਦੇ ਵਿੱਚ ਵੀ ਜਿਤਨੇ ਇਹ ਹੋਵਣਗੇ, ਚਾਹੇ ਅਵਤਾਰੀ ਪੁਰਸ਼ ਹੋਵਣ ਤੇ ਚਾਹੇ ਦੇਵਤੇ ਹੋਵਣ, ਜਿੰਨੇ ਵੀ ਦੇਵਤੇ ਹੋਵਣਗੇ ਸਭੈ ਅੰਤ ਜਾਸੀ। ਸਾਰੇ ਅੰਤ ਨੂੰ ਦੁਨੀਆ ਤੋਂ ਚਲੇ ਜਾਵਣਗੇ। ਜਿਤੇ ਬੋਧ ਹੋਏ ਹੈ ਸਭ ਅੰਤ ਸ਼ੈ ਹੈ। ਜਿੰਨੇ ਬੋਧ ਅਵਤਾਰ ਉਹ ਵੀ ਅੰਤ ਨੂੰ ਮਿੱਟੀ ਹੋ ਜਾਣਗੇ। ਪਿੱਛੇ ਵੀ ਜਿਹੜੇ ਹੋਏ ਉਹ ਮਿੱਟੀ ਹੋ ਗਏ, ਹੁਣ ਵੀ ਜਿਹੜੇ ਪੈਦਾ ਹੋਣਗੇ ਉਹ ਵੀ ਮਿੱਟੀ ਹੋ ਜਾਣਗੇ। ਇਸੇ ਪ੍ਰਕਾਰ ਜਿਤੇ ਬੋਧ ਹੋਏ ਹੈ, ਬੋਧ ਦਾ ਅਰਥ ਬੁੱਧ ਦੇ ਵੱਲ ਵੀ ਇਸ਼ਾਰਾ ਕੀਤਾ ਹੈ। ਬੁੱਧ ਵਰਗੇ ਵੀ ਜਿਹੜੇ ਧਰਤੀ ਦੇ ਉੱਪਰ ਹੋਏ ਤਪਸਵੀ, ਅੰਤ ਨੂੰ ਉਹ ਵੀ ਮਿੱਟੀ ਦੇ ਵਿੱਚ ਹੀ ਮਿਲ ਗਏ ਹਨ। ਜਿਤੇ ਦੇਵ ਰਾਯੰ ਸਭ ਅੰਤ ਜਾਯੰ। ਜਿਤਨੇ ਦੇਵਤਿਆਂ ਦੇ ਰਾਜੇ ਇੰਦਰ ਵਰਗੇ, ਉਹਨਾਂ ਨੇ ਵੀ ਅੰਤ ਕਾਲ ਨੂੰ ਸੰਸਾਰ ਤੋਂ ਚਲਿਆ ਜਾਣਾ ਹੈ। ਜਿਤੇ ਦੈਤ ਏਸੰ ਤਿਤਿਓ ਕਾਲ ਲੇਸੰ। ਤੇ ਜਿਹੜੇ ਦੈਂਤਾਂ ਦੇ ਵੀ ਅੱਗੋਂ ਰਾਜੇ ਨੇ, ਦੈਂਤ ਰਾਜਿਆਂ ਦਾ ਵੀ ਜਦੋਂ ਸਮਾਂ ਆਉਣਾ ਉਹਨਾਂ ਨੂੰ ਵੀ ਕਾਲ ਨੇ ਨਸ਼ਟ ਕਰ ਦੇਣਾ ਹੈ। ਨਰਸਿੰਘਾ ਅਵਤਾਰੰ ਵਹੇ ਕਾਲ ਮਾਰੰ। ਨਰਸਿੰਘ ਅਵਤਾਰ ਹੋਇਆ, ਉਹਨੂੰ ਵੀ ਕਾਲ ਨੇ ਅੰਤ ਕਾਲ ਖਤਮ ਕਰ ਦਿੱਤਾ। ਭਾਵੇਂ ਨਰਸਿੰਘ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਪੈਦਾ ਹੋਏ, ਪਰ ਜਦੋਂ ਸਮਾਂ ਆਇਆ ਤੇ ਅੰਤ ਨੂੰ ਨਰਸਿੰਘ ਨੂੰ ਵੀ ਆਪਣਾ ਸਰੀਰ ਛੱਡ ਦੁਨੀਆ ਤੋਂ ਜਾਣਾ ਪਿਆ ਹੈ। ਵੱਡੋ ਡੰਡ ਧਾਰੀ ਹਣਿਓ ਕਾਲ ਭਾਰੀ। ਜਿਹੜੇ ਵੱਡੇ ਵੱਡੇ ਦੰਡ ਧਾਰੀ ਸੂਰਮੇ ਸਨ, ਅੰਤ ਨੂੰ ਭਾਰੀ ਕਾਲ ਨੇ ਉਹਨਾਂ ਨੂੰ ਵੀ ਨਾਸ਼ ਕਰ ਦਿੱਤਾ ਹੈ। ਦਿਜੰਗ ਬਾਵ ਨੇਯੰ ਹਣਿਓ ਕਾਲ ਤੇ। ਸਤਿਗੁਰੂ ਕਹਿੰਦੇ ਜਿਹੜਾ ਦਿਜੰਗ ਨਾਮ ਹੈ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਵਿਸ਼ਨੂੰ 52 ਅਵਤਾਰ ਦਾ ਰੂਪ ਲੈ ਕੇ ਆਏ ਸਨ। ਸਾਧ ਸੰਗਤ ਜੀ, ਰਾਜੇ ਬਲ ਨੂੰ ਜਿੱਤਣ ਵਾਸਤੇ, ਭਗਤ ਪ੍ਰਹਿਲਾਦ ਜੀ ਦਾ ਪੋਤਾ ਸੀ ਰਾਜਾ ਬਲ, ਤੇ ਉਹ ਯੱਗ ਕਰਨ ਲੱਗ ਪਏ। ਇੰਨੇ ਯੱਗ ਕੀਤੇ ਕਿ ਇੰਦਰ ਨੂੰ ਖਤਰਾ ਪੈ ਗਿਆ ਵੀ ਮੇਰਾ ਰਾਜ ਭਾਗ ਹੋਇਆ ਜਾਣਾ। ਉਹਨੇ ਫਿਰ ਆਰਾਧਨਾ ਕੀਤੀ, ਭਗਵਾਨ ਕੋ ਬੇਨਤੀ ਕੀਤੀ, ਤੇ ਫਿਰ ਉਹ 52 ਅਵਤਾਰ ਦਾ ਰੂਪ ਲੈ ਕੇ ਆ ਗਏ, ਛੋਟਾ ਜਿਹਾ ਰੂਪ ਧਾਰ ਕੇ ਆ ਗਏ। 52 ਦਾ ਅਖਰੀ ਅਰਥ ਹੈ 52 ਉਂਗਲਾਂ। ਜਿੰਨੀਆਂ 52 ਉਂਗਲਾਂ ਦਾ ਤੁਸੀਂ ਮਿਣ ਲਓ ਵੀ ਜਿਵੇਂ ਆ ਚੰਦਨ ਦਾ ਰੁੱਖ ਹੁੰਦਾ ਨਾ, ਉਹਨੂੰ 52 ਚੰਦਨ ਆਪਾਂ ਕਹਿੰਦੇ ਆ। 52 ਉਂਗਲਾਂ ਜਿੰਨਾ ਹੀ ਉੱਚਾ ਹੁੰਦਾ।
ਇੰਨਾ ਕੁ ਛੋਟਾ ਜਿਹਾ ਸਰੀਰ ਸੀ ਜਾਂ ਨੂੰ 52 ਬੌਣੇ ਨੂੰ ਵੀ ਕਹਿੰਦੇ ਵੀ ਬੌਣਾ ਅਵਤਾਰ, ਤੇ 52 ਅਵਤਾਰ ਆ ਗਏ। ਆਖਦੇ ਨੇ ਵੀ ਥੋੜੀ ਜੀ ਜਗ੍ਹਾ ਚਾਹੀਦੀ ਹੈ, 2.5 ਕਦਮ ਜਗ੍ਹਾ ਦੇ ਦਿਓ ਤੇ ਮੈਂ ਤੁਹਾਡੇ ਦਵਾਰ ਤੇ ਬਹਿ ਕੇ ਵੇਦ ਸ਼ਾਸਤਰ ਉਹਨਾਂ ਦੀਆਂ ਰਿਚਾਂ ਜਿਹੜੀਆਂ ਵੇਦਾਂ ਦੀਆਂ ਉਚਾਰਾਂਗਾ, ਰਖਵਾਲੀ ਕਰਾਂਗਾ, ਤੇ ਮੈਨੂੰ ਥੋੜੀ ਜੀ ਜਗ੍ਹਾ ਚਾਹੀਦੀ ਹੈ। ਬਲ ਪੋਤਾ ਪ੍ਰਹਿਲਾਦ ਦਾ, ਭਾਈ ਗੁਰਦਾਸ ਜੀ ਕਹਿੰਦੇ ਨੇ ਰਾਜਾ ਬਲ ਭਗਤ ਪ੍ਰਹਿਲਾਦ ਜੀ ਦਾ ਪੋਤਾ ਜਦੋਂ ਜੰਗ ਉੱਥੇ ਯੱਗ ਕਰਦਾ ਸੀ ਤੇ ਇੰਦਰ ਦਾ ਰਾਜ ਭਾਗ ਖੋਣ ਵਾਸਤੇ ਤੇ 52 ਅਵਤਾਰ ਆ ਗਏ। ਤੇ ਜਿਹੜਾ ਦੈਂਤ ਸੀ ਨਾ ਇਹਨਾਂ ਦਾ ਗੁਰੂ ਸੀਗਾ ਜਿਹਨੂੰ ਸ਼ੁਕਰ ਕਹਿੰਦੇ ਸਨ, ਉਹਨੂੰ ਪਤਾ ਲੱਗ ਗਿਆ। ਉਹ ਆਖਣ ਲੱਗਾ ਰਾਜਾ ਬਲ ਇਹ ਨਾ ਸੋਚ ਵੀ ਇਹ ਛੋਟਾ ਜਿਹਾ ਕੋਈ ਬ੍ਰਾਹਮਣ ਤੇਰੇ ਕੋਲੋਂ ਦਾਨ ਲੈਣ ਵਾਸਤੇ ਆਇਆ ਹੈ, ਇਹ ਤੈਨੂੰ ਛਲਣ ਵਾਸਤੇ ਆਇਆ। ਰਾਜੇ ਬਲ ਨੇ ਪਤਾ ਕੀ ਆਖਿਆ, ਆਖਦਾ ਹੈ ਕਿ ਕੀ ਹੋ ਗਿਆ ਜੇ ਇਹ ਛਲਣ ਆਇਆ, ਕਿਉਂਕਿ ਸਭਾ ਸਾਰੀ ਹੱਸ ਪਈ ਨਾ ਜਦੋਂ ਸ਼ੁਕਰ ਨੇ ਗੱਲ ਆਖੀ। ਉਹ ਆਖਦਾ ਵੀ ਇਹ ਤੈਨੂੰ ਛਲਣ ਆਇਆ ਤੇ ਸਭਾ ਹੱਸ ਪਈ। ਕਹਿੰਦੇ ਇਹਦੇ ਨਾਲੋਂ ਜ਼ਿਆਦਾ ਮਾਸ ਤਾਂ ਸਹਿ ਤੇ ਹੁੰਦਾ। ਸਾਰੀ ਸਭਾ ਕਹਿਣ ਲੱਗੀ ਇਹ ਬਚਨ ਵੀ ਕਲਗੀਧਰ ਜੀ ਨੇ ਲਿਖੇ। ਉਹ ਕਹਿੰਦੇ ਵੀ ਇਹਦੇ ਨਾਲੋਂ ਜ਼ਿਆਦਾ ਮਾਸ ਤਾਂ ਸਹਿ ਦੇ ਸਰੀਰ ਤੇ ਹੁੰਦਾ, ਵੀ ਇਹ ਕੀ ਰਾਜੇ ਬਲ ਨੂੰ ਛਲੇਗਾ। ਤੇ ਰਾਜੇ ਬਲ ਨੇ ਇੱਕ ਗੱਲ ਕਮਾਲ ਦੀ ਆਖੀ, ਕਹਿੰਦਾ ਕੋਈ ਗੱਲ ਨਹੀਂ, ਮੰਨ ਲਓ ਕਿ ਛਲਣ ਵਾਸਤੇ ਆਇਆ, ਕਹਿੰਦਾ ਸਮੇਂ ਨੇ ਸਭ ਨੂੰ ਛਲ ਜਾਣਾ ਹੈ, ਪਰ ਭਗਵਾਨ ਵਰਗਾ ਭਿਖਾਰੀ ਮੁੜ ਕੇ ਮੇਰੇ ਘਰ ਦੇ ਵਿੱਚ ਨਹੀਂ ਆਉਣਾ, ਇਹਨੂੰ ਮੈਂ ਖਾਲੀ ਨਹੀਂ ਜਾਣ ਦੇਣਾ। ਤੇ ਫਿਰ ਜਦੋਂ ਸੰਕਲਪ ਕੀਤਾ ਤੇ ਫਿਰ ਵੇਖੋ 2 ਕਦਮਾਂ ਵਿੱਚ ਸਾਰੀ ਧਰਤੀ ਮਾਪ ਲਈ। ਕਹਿੰਦੇ ਹੁਣ ਸੰਕਲਪ ਪੂਰਾ ਕਰ, ਵੀ ਅੱਧਾ ਕਦਮ ਰਹਿ ਗਿਆ। ਕਹਿੰਦਾ ਹੁਣ ਤਾਂ ਮੇਰਾ ਸਰੀਰ ਹੀ ਰਹਿ ਗਿਆ। ਉਹਦੇ ਸਰੀਰ ਤੇ ਪੈਰ ਰੱਖਿਆ ਤੇ ਪਤਾਲ 'ਚ ਧਸਾ ਦਿੱਤਾ, ਤੇ ਪਤਾਲ ਦੇ ਵਿੱਚ ਧਸਾ ਕੇ ਸਾਰਾ ਕੁਝ ਖੋ ਕੇ ਤੇ ਜਦੋਂ ਜਾਣ ਲੱਗੇ ਨਾ 52 ਅਵਤਾਰ ਕਹਿੰਦੇ ਜੀ ਕਿੱਥੇ ਚੱਲੇ ਹੋ? ਮੈਂ ਤਾਂ ਆਪਣਾ ਸੰਕਲਪ ਪੂਰਾ ਕੀਤਾ, ਤੁਹਾਨੂੰ ਦਾਨ ਦਿੱਤਾ ਤੇ ਇੱਥੇ ਬਹਿ ਕੇ ਵੇਦ ਪੜੋ। ਤੁਸੀਂ ਮੇਰੇ ਨਾਲ ਬਚਨ ਕੀਤਾ ਸੀ ਮੈਨੂੰ 2.5 ਕਦਮ ਜਗ੍ਹਾ ਦਿਓ, ਮੈਂ ਤਾਂ ਦੇ ਦਿੱਤੀ, ਹੁਣ ਆਪਣਾ ਬਚਨ ਪੂਰਾ ਕਰੋ। ਤੇ ਇਸੇ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਭਗਵਾਨ ਭਗਤਾਂ ਦੇ ਵਸ ਵਿੱਚ ਹੈ, ਅਜਹੂ ਬਲ ਕੇ ਦਵਾਰ ਖਰੋ। ਅਜੇ ਵੀ ਰਾਜੇ ਬਲ ਦੇ ਦਵਾਰ ਤੇ ਖਲੋਤਾ ਪਹਿਰੇਦਾਰੀ ਕਰਦਾ ਜੀ, ਵੇਦ ਪੜਦਾ ਪਿਆ। ਉਹ 52 ਅਵਤਾਰ ਵੀ ਇਸ ਧਰਤੀ ਤੇ ਹੋਏ, 52 ਅਵਤਾਰ ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਸਮਾਂ ਆਇਆ ਤੇ ਅੰਤ ਨੂੰ 52 ਅਵਤਾਰ ਨੂੰ ਵੀ ਕਹਿੰਦੇ ਕਾਲ ਨੇ ਖਤਮ ਕਰ ਦਿੱਤਾ ਹੈ। ਮਹਾਮੱਛ ਮੁੰਡੰ ਫਦਿਓ ਕਾਲ ਝੁੰਡੰ। ਫਿਰ ਇਸ ਤੋਂ ਬਾਅਦ ਮੱਛ ਅਵਤਾਰ ਹੋਇਆ ਇਸ ਧਰਤੀ ਤੇ। ਮਹਾਰਾਜ ਜੀ ਕਹਿੰਦੇ ਵੱਡੇ ਸਿਰ ਵਾਲਾ ਜਿਹੜਾ ਮੱਛ ਅਵਤਾਰ ਸੀ, ਅੰਤ ਨੂੰ ਉਹ ਵੀ ਕਾਲ ਦੇ ਝੁੰਡ ਵਿੱਚ ਫਸ ਗਿਆ ਹੈ। ਜਿਤੇ ਹੋਏ ਬੀਤੇ ਤਿਤੇ ਕਾਲ ਜੀਤੇ। ਜਿਤਨੇ ਪਿਛਲੇ ਸਮੇਂ ਦੇ ਵਿੱਚ ਹੋ ਕੇ ਬਤੀਤ ਹੋ ਗਏ ਨੇ, ਸਭ ਨੂੰ ਕਾਲ ਨੇ ਜਿੱਤ ਲਿਆ ਹੈ। ਜਿਤੇ ਸਰਨ ਜੈ ਹੈ ਤਿਤਿਓ ਰਾਖ ਲੈ ਹੈ। ਤੇ ਜਿਹੜੇ ਭਾਈ ਪਰਮੇਸ਼ਰ ਦੀ ਸ਼ਰਨ ਆ ਜਾਣਗੇ ਤੇ ਅਕਾਲ ਪੁਰਖ ਉਹਨਾਂ ਨੂੰ ਰੱਖ ਲਏਗਾ। ਜਿਹੜੇ ਉਹਦੀ ਸ਼ਰਨ ਤੋਂ ਬੇਮੁਖ ਹੋ ਜਾਣਗੇ ਉਹ ਭਟਕਦੇ ਰਹਿਣਗੇ, ਤੇ ਜਿਹੜੇ ਮਾਲਕ ਦੀ ਸ਼ਰਨ ਆ ਜਾਣਗੇ ਉਹਨਾਂ ਦਾ ਬਚਾਅ ਹੋ ਜਾਏਗਾ। ਸੋ ਮਹਾਰਾਜ ਕਲਗੀਧਰ ਜੀ ਇਹ ਦਰਸਾਉਂਦੇ ਨੇ ਕਿ ਭਾਈ ਇੱਧਰ ਉੱਧਰ ਭਟਕਣ ਨਾਲੋਂ, ਦਰ ਦਰ ਦੀਆਂ ਠੋਕਰਾਂ ਖਾਣ ਦੇ ਨਾਲੋਂ ਸਭ ਕੁਝ ਛੱਡ ਕੇ ਉਸ ਅਕਾਲ ਪੁਰਖ ਦੀ ਸ਼ਰਨ ਨੂੰ ਗ੍ਰਹਿਣ ਕਰੋ। ਸੋ ਕੱਲ ਦੇ ਦੀਵਾਨ ਵਿੱਚ ਅੱਗੇ ਆਪਾਂ ਰਮਤਾ ਕਰਾਂਗੇ। ਮਹਾਰਾਜ ਦੂਜੇ ਅਧਿਆਏ ਦੀ ਰਮਤਾ ਕਰਨਗੇ। ਸੋਢੀਆਂ ਦੀ ਬੰਸ ਕਿੱਥੋਂ ਚੱਲੀ? ਸਾਡਾ ਨਾ ਪਿੱਛੇ ਜੀ ਪੰਥ ਦੇ ਵਿੱਚ ਇੱਕ ਰੌਲਾ ਵੀ ਪਿਆ ਸੀਗਾ, ਕਈਆਂ ਨੇ ਆਖ ਦਿੱਤਾ ਵੀ ਜਿਹੜੇ ਭਗਵਾਨ ਰਾਮਚੰਦਰ ਜੀ ਦੇ ਪੁੱਤਰ ਹੋਏ ਲਵ ਤੇ ਕੁਸ਼ ਵੀ ਸਿੱਖ ਇਹਨਾਂ ਦੀ ਅੰਸ਼ ਬੰਸ ਨੇ। ਇਹ ਬੜਾ ਜਿਹਾ ਪਿੱਛੇ ਜੀ ਰੌਲਾ ਪਿਆ। ਦਾਸ ਨੇ ਬੜੀ ਵਾਰੀ ਅਰਜ਼ ਉਦੋਂ ਵੀ ਕੀਤੀ ਸੀ ਕਿ ਇਹੋ ਜਿਹਾ ਕੁਝ ਵੀ ਨਹੀਂ। ਕਿਸੇ ਅਗਿਆਨੀ ਨੇ ਜਾ ਕੇ 10ਵੇਂ ਪਾਤਸ਼ਾਹ ਜੀ ਦੀ ਬਾਣੀ ਉਹ ਮੂਹਰੇ ਰੱਖ ਕੇ ਨਾ ਉਹ ਲੋਕਾਂ ਨੂੰ ਵਿਖਾਉਂਦਾ ਜੀ ਆਹ ਲਿਖੋ, ਤੇ ਤੁਸੀਂ ਜ਼ਰੂਰ ਹਾਜ਼ਰੀਆਂ ਭਰਿਓ ਔਰ ਸਰਵਣ ਕਰਿਓ ਕਿ ਮਹਾਰਾਜ ਕਲਗੀਧਰ ਜੀ ਨੇ ਲਿਖਿਆ ਕੀ ਹੈ, ਦੱਸਿਆ ਕੀ ਜਾਂਦਾ ਤੇ ਲਿਖਿਆ ਕੀ ਹੈ। ਕਿਉਂਕਿ ਜਦੋਂ 10ਮ ਦੀ ਬਾਣੀ ਪੜ੍ਹਨੀ ਹੁੰਦੀ ਹੈ ਉਦੋਂ ਕਿਸੇ ਚੰਗੇ ਚੰਡੇ ਉਸਤਾਦ ਕੋਲੋਂ ਪੜ੍ਹਨੀ ਪੈਂਦੀ ਹੈ। ਜਿਹੜਾ ਚੰਗਾ ਪੜ੍ਹਿਆ ਲਿਖਿਆ ਸਿਆਣਾ ਉਸਤਾਦ ਹੋਵੇ ਨਾ, ਉਹਦੇ ਕੋਲ ਜਦੋਂ 10ਵੇਂ ਪਾਤਸ਼ਾਹ ਦੀ ਬਹਿ ਕੇ ਬਾਣੀ ਪੜ੍ਹੀਏ ਨਾ, ਇਹਦੇ ਗੁੱਝੇ ਭੇਦ ਉਦੋਂ ਹੀ ਖੁੱਲਦੇ, ਉਂਝ ਨਹੀਂ ਖੁੱਲਦੇ।
ਤੋ ਬਿਨਾਂ ਉਸਤਾਦ ਤੋਂ ਕਿਸੇ ਦਾ ਉਧਾਰ ਨਹੀਂ ਹੁੰਦਾ। ਤੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਬਾਣੀ ਪੜ੍ਹਦੇ ਆ, ਨਾ ਅਸੀਂ ਕਦੇ ਵਿਚਾਰਧਾਰਾ ਸੁਣੀ ਆ ਦਸਵੇਂ ਪਾਤਸ਼ਾਹ ਜੀ ਦੀ, ਜਿਵੇਂ ਕੋਈ ਕਹਿੰਦਾ ਆਪਾਂ ਉਵੇਂ ਮੰਨ ਕੇ ਤੁਰ ਪੈਨੇ ਆ। ਤੋ ਸਤਿਗੁਰੂ ਕਲਗੀਧਰ ਜੀ ਨੇ ਜ਼ਿਕਰ ਕੀਤਾ ਵੀ ਸੋਢ ਬੰਸ ਕਿਵੇਂ ਚੱਲੀ ਜਗਤ ਅੰਦਰ। ਜਿਵੇਂ ਸੋਢੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਗੱਦੀ ਆਈ, ਚੌਥੇ ਪਾਤਸ਼ਾਹ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਗੱਦੀ ਬੀਬੀ ਭਾਨੀ ਜੀ ਨੇ ਜਦੋਂ ਮੰਗ ਮੰਗੀ ਕਿ ਘਰ ਦੀ ਘਰ ਵਿੱਚ ਰਹਿ ਜਾਏ, ਫਿਰ ਸੋਢੀਆਂ ਦੀ ਬੰਸ ਵਿੱਚ ਗੁਰਤਾ ਗੱਦੀ ਆਈ। ਉਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੂਜੇ ਅਧਿਆਏ ਵਿੱਚ ਕੀਤਾ। ਕੱਲ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਤੇ ਕੱਲ ਵੀ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਲਾਹੇ ਦੀ ਪ੍ਰਾਪਤੀ ਕਰਨੀ ਹੈ। ਹਾਂਜੀ। भुजंग प्रयात छंद बिना सरन ताकी न और उपायं कहा देव दैतं कहा रंक रायं। वाहिगुरु जी का खालसा वाहिगुरु जी की फतेह।